वाहेगुरु साहिब निमाणियों के मान धन धन साहिब श्री गुरु ग्रंथ साहिब जीओ महाराज। जिथे जाए बह मेरा सतगुरु सोठान सुहावा राम राजे। गुर सिखी सोठान पालिया लै तुर मुख लावा। सिखा की काल थाए पई जिन हर नाम त्यावा। जन नानक सतगुर पूजिया तिन हर पूज करावा। पूरा प्रभ अराधे पूरा जा का नाओ। नानक पूरा पाया पूरे के गुण गाओ।
ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਸਤਿਗੁਰ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਐਸੇ ਪ੍ਰੀਤਮ ਤੋਂ ਐਸੇ ਸਤਿਗੁਰ ਤੋਂ 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 ਜੋ ਸਭ ਦੇ ਦੁੱਖੜੇ ਸੁਣਦਾ ਹੈ, ਸਭ ਦੇ ਦੁੱਖੜੇ ਸੁਣਦਾ ਹੈ, ਸਭ ਦੇ ਦੁੱਖੜੇ ਸੁਣਦਾ ਹੈ, ਸਭ ਦੇ ਦੁੱਖੜੇ ਸੁਣਦਾ ਹੈ। ਜੋ ਸਭ ਦੇ ਦੁੱਖੜੇ ਸੁਣਦਾ ਹੈ, 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 ਸਭ ਦੇ ਦੁੱਖੜੇ ਸੁਣਦਾ ਹੈ, ਸਭ ਦੇ ਦੁੱਖੜੇ ਸੁਣਦਾ ਹੈ, ਜੋ ਸਭ ਦੇ ਦੁੱਖੜੇ ਸੁਣਦਾ ਹੈ, ਸਭ ਦੇ ਦੁੱਖੜੇ ਸੁਣਦਾ ਹੈ। ਪੂਰਾ ਪ੍ਰਭ ਆਰਾਧਿਆ ਪੂਰਾ ਜਗਾਓ। ਪੂਰਾ ਪ੍ਰਭੂ ਆਰਾਧਿਆ ਪੂਰਾ ਜਗਾਨੋ। ਨਾਨਕ ਪੂਰਾ ਪਾਇਆ, ਨਾਨਕ ਪੂਰਾ ਪਾਇਆ। ਨਾਨਕ ਪੂਰਾ ਪਾਇਆ, ਨਾਨਕ ਪੂਰਾ ਪਾਇਆ, ਨਾਨਕ ਪੂਰਾ ਪਾਇਆ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਹਾਂ, ਪੂਰੇ ਕੇ ਗੁਣ ਗਾਓ। ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਆ ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ। ਸਾਡੇ ਮੇਰੇ ਸਾਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ।
ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਸਾਰੇ ਜਿੰਨੇ ਬੈਠੇ ਹੋ ਗੱਜ ਕੇ ਵਾਹਿਗੁਰੂ 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 ਨਾਮ ਮਨ ਵਸਾਵੇ ਨਾਮ ਮਨ ਵਸਾਵੇ ਨਾਮ ਮਨ ਵਸਾਵੇ ਨਾਮ ਮਨ ਵਸਾਵੇ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ 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 ਨਾਮ ਜਹਾਜ ਹੈ ਚੜੇ ਸੋ ਉਤਰੇ ਮੈਨੂੰ ਸਿਮਰਨ ਦੇ ਦਿਓ ਜੀ ਮੈਂ ਹੋਰ ਕੁਝ ਨਹੀਂ ਮੰਗਦਾ ਸਿਮਰਨ ਦੇ ਦਿਓ ਜੀ ਦਾਤਾ ਹੋਰ ਕੁਝ ਨਹੀਂ ਮੰਗਦਾ ਮੈਨੂੰ ਸਿਮਰਨ ਦੇ ਦਿਓ ਜੀ ਦਾਤਾ ਹੋਰ ਕੁਝ ਨਹੀਂ ਮੰਗਦਾ ਸਿਮਰਨ ਦੇ ਦਿਓ ਜੀ ਮੈਂ ਹੋਰ ਕੁਝ ਨਹੀਂ ਮੰਗਦਾ ਨਾਮ ਦੇ ਦਿਓ ਨਾਮ ਦੇ ਦਿਓ ਨਾਮ ਨਾਮ ਦੇ ਦਿਓ ਨਾਮ ਨਾਮ ਦੇ ਦਿਓ ਨਾਮ ਜਿਸ ਸਿਮਰਤ ਸੁਖ ਹੋਏ 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 ਨਾਮ ਦੇ ਦਿਓ 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 ਪ੍ਰਭ ਕਾ ਸਿਮਰਨ ਸਭ ਤੇ ਊਂਚਾ ਪ੍ਰਭ ਕਾ ਸਿਮਰਨ ਸਭ ਤੇ ਊਂਚਾ
ऊंचा प्रभ का सिमरन सब ते ऊंचा प्रभ का सिमरन सब ते ऊंचा वाहिगुरु 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 गुरु परम सत्कारयोग सतगुरां दी साजी और नवाजी हुई गुरु प्यारे गुरु सवारे गुरु खालसा साध संगत जीओ, आओ सब तो पहला रसना पवित्र करो। कोई भी रसना वांझी ना रवे। एक बारी सारे प्यार का सबूत दिओ, हाथ जोड़ के गुरु साहिब जी के पावन चरणों च सीस नवा के गज के आखो वाहिगुरु जी का वाहिगुरु जी की फतेह। बड़े प्यार और सत्कार दे नाल काफ़ी समय तो तुसी गुरमुख प्यारिਆਂ ਦੇ ਗ੍ਰਹਿ ਵਿਖੇ ਭਾਈ ਵਰਿੰਦਰ ਸਿੰਘ ਜੀ ਲਾਡੀ ਜਿਨ੍ਹਾਂ ਨੂੰ ਮਹਾਰਾਜ ਨੇ ਸੋਹਣੇ ਮਕਾਨ ਬਖਸ਼ੇ ਨੇ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਅੱਜ ਅੰਮ੍ਰਿਤ ਵੇਲੇ ਤੋਂ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਤੇ ਨਾਲ ਤੁਸੀਂ ਭਾਈ ਸਾਹਿਬ ਜੀ ਪਾਸੋਂ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਜਿੰਨਾ ਚਿਰ ਬੈਠਣਾ ਪਿਆਰ ਨਾਲ ਬੈਠਣਾ ਸਾਰਿਆਂ ਨੇ। ਜਿਹੜੇ ਬਾਹਰ ਵੀ ਮੇਰੇ ਪਿਆਰ ਵਾਲੇ ਚਾਹ ਪਾਣੀ ਛਕ ਰਹੇ ਨੇ, ਜਲਦੀ ਛਕ ਕੇ ਬੈਠਣ ਦੀ ਕਿਰਪਾਲਤਾ ਕਰਨੀ। ਸਭ ਨੇ ਚੁੱਪ ਦਾ ਦਾਨ ਬਖਸ਼ਣਾ ਹੈ, ਰੌਲਾ ਨਹੀਂ ਪਾਣਾ। ਜਿਹੜੀ ਬੀਬੀਆਂ ਦੇ ਸਿਰ ਨੰਗੇ ਨੇ ਸਿਰ ਢੱਕੋ ਆਪਣੇ, ਸਾਰੇ ਪੂਰਾ ਸਿਰ ਢੱਕਿਆ ਹੋਣਾ ਚਾਹੀਦਾ ਗੁਰੂ ਜੀ ਦੀ ਸ਼ਰਨ 'ਚ। ਇਹ ਸਤਿਕਾਰ ਹੈ ਮਹਾਰਾਜ ਜੀ ਦਾ। ਜਿੰਨਾ ਸਤਿਕਾਰ ਬਰਕਰਾਰ ਰੱਖੋਗੇ ਉਨਾ ਹੀ ਮਹਾਰਾਜ ਨੇ ਸਾਨੂੰ ਤਰੱਕੀ ਦੇਣੀ ਹੈ, ਸੱਚੇ ਪਾਤਸ਼ਾਹ ਜੀ ਨੇ। ਔਰ ਰਹੋ ਵਿਚਾਰ ਵਿਚਾਰ ਚੱਲੀ ਹੈ ਨਾਮ ਦੀ। ਮੇਰਾ ਜ਼ਿੰਦਗੀ ਦਾ ਸੁਭਾਅ ਰਿਹਾ, ਮੈਂ ਕਦੇ ਕੁਝ ਸੋਚ ਕੇ ਹੀ ਨਹੀਂ ਆਇਆ ਵੀ ਆਹ ਚੀਜ਼ ਸੁਣਾਣੀ ਹੈ। ਜੋ ਗੁਰੂ ਜੀ ਇੱਥੇ ਸੇਵਾ ਲੈ ਲੈਂਦੇ ਨੇ ਉਹੀ ਬਸ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਤੇ ਰਹਿਮਤ ਕੀਤੀ ਹੈ। ਭਾਵੇਂ ਪਰਿਵਾਰ ਨੂੰ ਮਕਾਨ ਨਵਾਂ ਮਿਲਿਆ ਹੈ, ਪਰ ਇਹ ਜਰੀਆ ਕੀ ਬਣਿਆ ਸਾਨੂੰ ਗੁਰੂ ਨਾਲ ਜੁੜਨ ਦਾ। ਸੰਗਤ ਵਿੱਚ ਬੈਠ ਕਰਕੇ ਸਾਡੇ ਚੰਗੇ ਕਰਮ ਲਿਖੇ ਜਾਂਦੇ ਨੇ। ਮਾੜਾ ਕਰਮ ਕਿੱਥੇ ਬਣਦਾ? ਕੋ ਸੰਗਤ ਵਿੱਚ। ਤੁਸੀਂ ਸੰਗਤ ਵੱਲ ਤੁਰੋਗੇ ਤਾਂ ਭਾਈ ਗੁਰਦਾਸ ਜੀ ਨੇ ਵਾਰ 'ਚ ਲਿਖਿਆ, ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਕੋਈ ਇੱਕ ਕਦਮ ਵੀ ਘਰ ਤੋਂ ਤੁਰੇ ਗੁਰੂ ਵਾਲੇ ਪਾਸੇ ਨੂੰ ਆਉਣ ਵਾਸਤੇ ਤਾਂ ਗੁਰੂ ਸਾਹਿਬ ਕਰੋੜਾਂ ਕਦਮ ਕਹਿੰਦੇ ਉਹਨੂੰ ਅੱਗੇ ਲੈਣ ਵਾਸਤੇ ਜਾਂਦੇ ਨੇ ਵੀ ਮੇਰੇ ਘਰ ਆ ਰਿਹਾ ਸਿੱਖ, ਆਖੋ ਸਤਨਾਮ। ਇਹ ਪਿਆਰ ਹੈ ਗੁਰੂ ਜੀ ਦਾ। ਕਿਹਨੂੰ? ਸਾਡੇ ਸਰੀਰ, ਸਾਡੇ ਕੱਪੜੇ, ਸਾਡੇ ਕਾਰ ਵਿਹਾਰ ਨੂੰ ਨਹੀਂ, ਤੁਹਾਡੇ ਅੰਦਰਲੇ ਆਨੰਦ ਨੂੰ, ਮਨ ਨੂੰ। ਭਾਵੇਂ ਤੁਸੀਂ ਪੈਂਟ ਕਮੀਜ਼ ਵਿੱਚ ਆ ਰਹੇ ਹੋ, ਭਾਵੇਂ ਕੁੜਤੇ ਪਜਾਮੇ 'ਚ ਆ ਰਹੇ ਹੋ, ਗੁਰੂ ਨੇ ਅੰਦਰਲੇ ਹਾਵ ਭਾਵ ਦੇਖਣੇ ਨੇ ਸਾਡੇ, ਵੀ ਅੰਦਰਲਾ ਮਨ ਕੀ ਹੈ ਤੇਰਾ। ਮੇਰਾ ਹਮੇਸ਼ਾ ਹੀ ਵਿਚਾਰ ਰਿਹਾ ਇਸ ਚੀਜ਼ ਤੇ, ਮੈਂ ਜ਼ੋਰ ਦਿੱਤਾ ਹੈ ਕਿ ਸਾਡੀ ਯੂਨੀਫਾਰਮ ਹੈ ਗੁਰੂ ਨੇ ਜਿਹੜਾ ਬਾਣਾ ਬਖਸ਼ਿਆ ਸਾਨੂੰ, ਸਤਿਕਾਰ। ਪਰ ਬਹੁਤੇ ਅਸੀਂ ਇਸ ਬਾਣੇ 'ਚ ਰਹਿ ਕੇ ਵੀ ਖਾਲੀ ਆ। ਕਹੀ ਚੱਕ ਕੇ ਖੇਤਾਂ 'ਚ ਕੰਮ ਕਰਨ ਵਾਲੇ ਆ ਬੀਬੀਆਂ ਘਰਾਂ 'ਚ ਕੰਮ ਕਰਨ ਵਾਲੀਆਂ। ਸਾਡੇ ਤੋਂ ਤਿਗਣਾ ਨਿਤਨੇਮ ਹੋਣਾ ਇਹਨਾਂ ਦਾ।
ਸਾਡੇ ਤੋਂ ਦੁੱਗਣੀ ਚੌਗਣੀ ਬੰਦਗੀ ਹੋਣੀ, ਅਸੀਂ ਕੱਪੜਿਆਂ 'ਚ ਹੀ ਫਸੇ ਰਹੇ ਸਾਰੀ ਜ਼ਿੰਦਗੀ। ਪਤਾ ਨਹੀਂ ਕਿੱਡਾ ਕਿੱਡੀ ਕਿਸੇ ਦੀ ਬੰਦਗੀ ਹੈ। ਕੱਪੜੇ ਦੇ ਚੱਕਰ 'ਚ ਨਹੀਂ ਪੈਣਾ। ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ। ਕੱਪੜਾ ਤੇ ਸੋਹਣਾ ਤਨ ਇੱਥੇ ਹੀ ਰਹਿ ਜਾਣਾ। ਨਾਲ ਜਾਂਦੇ ਨੇ ਚੰਗੇ ਵਿਚਾਰ ਹਾਵ, ਵੀ ਦੁਨੀਆ 'ਚ ਕੀਤਾ ਕੀ ਹੈ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਉਹ ਧੱਕੇ ਨੂੰ ਕੁਹਾਣਾ ਕੁਹਾਈਓ ਵੀ ਸਾਡੇ ਬਾਪੂ ਨੂੰ ਸਵਰਗਵਾਸੀ ਕਹੋ। ਉਹਦਾ ਆਪਾਂ ਕੁਹਾਰਿਆਂ ਡੰਡਾ ਦੇ ਕੇ ਅਗਲੇ ਨੂੰ ਕਹਿਣਾ ਪੈਂਦਾ, ਨਾ ਕਹੋਗੇ ਅਗਲਾ ਫਿਰ ਕਸ਼ਹਿਰਾ ਪਰਨਾ ਤੱਕ ਜਾਂਦਾ ਚੁਕਾਉਣ ਵਾਸਤੇ। ਬਿਮਾਰ ਵਾਲੇ ਬਾਪੂ ਨੂੰ ਸਵਰਗਵਾਸੀ ਨਹੀਂ ਕਿਹਾ। ਸਰਟੀਫਿਕੇਟ ਕਿਸੇ ਦਾ ਵੀ ਨਹੀਂ ਆਉਂਦਾ ਬਣ ਕੇ, ਪਰ ਗੁਰੂ ਜੀ ਦੀ ਬਾਣੀ ਬਹੁਤ ਸਾਨੂੰ ਗਿਆਨ ਦਿੰਦੀ ਹੈ, ਬਹੁਤ ਸੁੱਖ ਦਿੰਦੀ ਹੈ। ਬਾਣੀ ਤੇ ਹਮੇਸ਼ਾ ਹੀ ਸੁੱਖ ਦੇਣ ਵਾਸਤੇ ਹੈ। ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਅੱਜ। ਕਈ ਬੀਬੀਆਂ ਨੂੰ ਕੰਠ ਵੀ ਹੈ ਸੁਖਮਨੀ ਸਾਹਿਬ, ਜਿਹੜੀਆਂ ਰੋਜ਼ ਦੀਆਂ ਨਿਤਨੇਮੀ ਨੇ। ਭਾਈਆਂ ਨੂੰ ਵੀ ਕੰਠ ਹੈ ਕਈਆਂ ਨੂੰ। ਸੁਖਮਨੀ ਸਾਹਿਬ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਕਿਸੇ ਸਿੱਖ ਨੇ ਮਹਾਰਾਜ ਨੂੰ ਸਵਾਲ ਤੇ ਨਹੀਂ ਕਰ ਸਕਦਾ ਸੀ, ਕੋਈ ਬੇਨਤੀ ਕਰ ਸਕਦਾ ਸੀ, ਮਹਾਰਾਜ ਮੈਨੂੰ ਮੇਰਾ ਸ਼ੰਕਾ ਨਿਮਿਤ ਕਰ ਦਿਓ ਬਸ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਕੰਮਕਾਰ ਐਸੇ ਹੁੰਦੇ ਨੇ ਵੀ ਬੰਦਾ ਕਾਰ ਵਿਹਾਰ ਕਰਦਾ ਹੈ, ਕੰਮਕਾਰ ਤੋਂ ਵਿਹਲ ਨਹੀਂ ਹੈ, 24 ਘੰਟੇ ਕਿਵੇਂ ਸਵਾਸ ਆਪਣੇ ਸਫਲੇ ਕਰੇਗਾ ਉਹ। ਵੀ ਜੇ ਤੁਸੀਂ ਕਹਿੰਦੇ ਵੀ 24 ਘੰਟੇ ਬੰਦੇ ਦੇ ਸਵਾਸ ਨੇ ਜਿਹੜੇ ਉਹ ਸਫਲੇ ਹੋਣੇ ਚਾਹੀਦੇ ਨੇ। 24 ਘੰਟਿਆਂ 'ਚ ਆਪਾਂ 24,000 ਸਵਾਸ ਲੈਂਦੇ ਆ। ਇਹਦਾ ਹੁਣ ਘਟਾਓ ਕਰਕੇ ਵੇਖੀਏ ਤਾਂ 1 ਘੰਟੇ 'ਚ 1,000 ਸਵਾਸ ਬੰਦਾ ਲੈਂਦਾ ਹੈ। 1 ਘੰਟੇ 'ਚ ਕੰਟੀਨਿਊਸ ਹੈ, ਸਾਹ ਨਹੀਂ ਕੋਈ ਰੋਕ ਸਕਦਾ। ਇਹ ਪ੍ਰਮਾਤਮਾ ਦੀ ਹੋਂਦ ਹੈ, ਇਹ ਸੁੱਤੇ ਪਏ ਵੀ ਚੱਲਦਾ ਰਹਿਣਾ ਹੈ। ਇਹ ਚੱਲਦਾ ਰਹਿਣਾ, ਇਹਨੂੰ ਕੋਈ ਰੋਕ ਹੀ ਨਹੀਂ ਸਕਦਾ। ਉਹ ਪੁਰਾਤਨ ਸਮੇਂ 'ਚ ਕੋਈ ਐਸੇ ਸਾਧੂ ਹੁੰਦੇ ਸੀ ਜਿਹੜੇ ਸਵਾਸ ਚੜਾ ਲੈਂਦੇ ਸੀ ਆਪਣੇ, ਤਾਂ ਹੀ ਉਹਨਾਂ ਦੀ ਹਜ਼ਾਰਾਂ ਸਾਲ ਉਮਰ ਹੁੰਦੀ ਸੀ। ਹੁਣ ਉਮਰਾਂ ਕਿਹੜੀਆਂ ਨੇ? 50, 60 ਤੱਕ, 70 ਤੱਕ ਕੋਈ ਉਹ ਪਹੁੰਚਦਾ ਜਿਹਨੇ ਪੁਰਾਣੀ ਖੁਰਾਕ ਖਾਈ ਹੋਵੇ ਮਾੜੀ ਮੋਟੀ। ਰੋਗ ਇੰਨੇ ਲੱਗੇ ਸਰੀਰ ਨੂੰ। ਪੁਰਾਤਨ ਸਮਿਆਂ 'ਚ ਸਾਧੂ ਹੁੰਦੇ ਸੀ ਮਹਾਤਮਾ, ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਸੀ, ਨਾਮ ਸਿਮਰਨ ਕਰਦੇ ਸੀ। ਭਗਵਾਨ ਪਰਮੇਸ਼ਰ ਅਕਾਲ ਪੁਰਖ ਨੂੰ ਧਿਆਨ ਨਾਲ ਸੁਣਿਓ, ਗੱਲ ਤੁਹਾਡੇ ਪੱਲੇ ਬੰਨਣ ਵਾਲੀ ਹੈ ਇਹ। 12:30 ਸਮਾਪਤੀ ਹੋ ਜਾਣੀ ਹੈ, ਬਸ ਧਿਆਨ ਦਿਓ ਥੋੜਾ ਜਿਹਾ, ਪੂਰਾ ਸੁਰਤ ਜੋੜ ਕੇ। ਪਕੌੜੇ ਤੁਹਾਨੂੰ ਖਿਲਾ ਦੇ, ਲੰਗਰ ਵੀ ਛਕਾਣਾ ਹੈ। ਉਹ ਤਾਂ ਛਕਾਣਾ ਵੀ, ਲੰਗਰ ਵੀ ਜ਼ਰੂਰੀ ਹੈ। ਜਿੱਥੇ ਸਤਿਗੁਰੂ ਆ ਗਏ ਉੱਥੇ ਲੰਗਰ ਅਟੂਟ ਵਰਤਦਾ ਹੈ। ਇਹ ਸ਼ੁਰੂ ਤੋਂ ਮਰਿਆਦਾ ਰਹੀ ਹੈ। ਜਿੱਥੇ ਜਿੱਥੇ ਸਤਿਗੁਰੂ ਗਏ ਨੇ ਲੰਗਰ ਹਰ ਜਗ੍ਹਾ ਤੇ ਮਿਲੇਗਾ। ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਸੇ ਦੇ ਘਰ ਜਾਣ, ਕਿਤੇ ਵੀ ਸਤਿਗੁਰੂ ਚਰਨ ਪਾਣਗੇ ਲੰਗਰ ਨਾਲ। ਇਹ ਉਹ ਲੰਗਰ ਹੈ ਜਿਹੜਾ 20 ਰੁਪਈਆਂ ਦਾ ਧੰਨ ਗੁਰੂ ਨਾਨਕ ਮਹਾਰਾਜ ਨੇ ਲਾਇਆ ਸੀ। ਵਿਚਾਰ ਨਾਲ ਵੱਲ ਧਿਆਨ ਦਿਓ ਥੋੜਾ ਜਿਹਾ। ਪੁਰਾਤਨ ਸਮਿਆਂ 'ਚ ਸਾਧੂ ਮਹਾਤਮਾ ਹੁੰਦੇ ਸੀ ਜਿਹੜੇ ਆਪਣੇ ਚੇਲਿਆਂ ਨੂੰ ਕਹਿੰਦੇ ਸੀ ਮੈਨੂੰ ਟੋਆ ਪੱਟ ਕੇ ਥੱਲੇ ਦੱਬ ਦਿਓ। ਸਵਾਸ ਚੜਾ ਲੈਂਦਾ ਸੀ ਆਪਣੇ। ਉਹ ਲੁਕਦੇ ਕਿਉਂ ਸੀ ਭੋਰਿਆਂ 'ਚ? ਭੋਰਿਆਂ 'ਚ ਤਾਂ ਲੁਕਦੇ ਸੀ ਵੀ ਸਾਡੇ ਸਰੀਰ ਦਾ ਕੋਈ ਸੰਸਕਾਰ ਨਾ ਕਰਦੇ, ਕਿਉਂਕਿ ਆਪਾਂ ਸੰਸਾਰਕ ਲੋਕ ਆ ਵੀ ਤਾਂ ਸਾਹ ਤਾਂ ਕੋਈ ਚੱਲ ਨਹੀਂ ਰਿਹਾ, ਇਹ ਤਾਂ ਖਤਮ ਹੋ ਗਿਆ ਹੋਣਾ। ਉਹ ਪੁਰਾਤਨ ਸਮਿਆਂ ਦੇ ਸਾਧੂ ਹੁੰਦੇ ਜਿਹੜੇ ਸਵਾਸ ਚੜਾ ਲੈਂਦੇ ਸੀ ਆਪਣੇ। ਹੁਣ ਤਾਂ ਸਾਹ ਲੈਣਾ ਵੀ ਔਖਾ, ਸਵਾਸ ਕਿੱਥੇ ਚੜ ਜਾਣਗੇ। ਆਪਣਾ ਹੀ ਸਾਹ ਲੈਣਾ ਬੜਾ ਔਖਾ ਹੋਇਆ ਪਿਆ, ਬਿਮਾਰੀਆਂ ਹੋ ਜਾਂਦੀਆਂ। ਤੇ ਹੁਣ ਤਾਂ ਬਨੌਟੀ ਸਾਹ ਨਾਲ ਸਾਹ ਮੈਚ ਕਰਨਾ ਪੈਂਦਾ ਤਾਂ ਚੱਲਦਾ ਸਾਡਾ। ਹਾਲਾਤ ਐਸੇ ਹੋ ਗਏ। ਤਾਂ ਮੈਂ ਉੱਥੇ ਗੱਲ ਲਿਆਵਾਂ ਵੀ 1 ਘੰਟੇ 'ਚ 1,000 ਸਵਾਸ ਬੰਦਾ ਲੈਂਦਾ ਹੈ, ਭਾਵੇਂ ਬੀਬੀ ਹੈ, ਭਾਵੇਂ ਭਾਈ ਹੈ, ਭਾਵੇਂ ਬੱਚਾ ਹੈ। ਮਨੁੱਖ ਤੇ ਸ਼ਬਦ ਤੇ ਗੱਲ ਨਿਬੇੜ ਦਈਏ ਤੇ 24 ਘੰਟਿਆਂ 'ਚ 24,000 ਸਵਾਸ ਹੋ ਗਏ। ਮਹਾਰਾਜ ਨੂੰ ਸੇਵਕ ਕਹਿੰਦਾ ਸੱਚੇ ਪਾਤਸ਼ਾਹ ਅਸੀਂ 24 ਘੰਟੇ ਕਿਵੇਂ ਸਫਲੇ ਕਰੀਏ ਆਪਣੇ ਸਵਾਸ? ਫਿਰ ਮਹਾਰਾਜ ਨੇ ਸੁਖਮਨੀ ਸਾਹਿਬ ਦਾ ਉਚਾਰਨ ਕੀਤਾ। ਸੁਖਮਨੀ ਸਾਹਿਬ ਕਈ 45 ਮਿੰਟ 'ਚ ਵੀ ਪੜ੍ਹਨ ਵਾਲੇ ਨੇ,
ਆਮ ਨੋਰਮਲ ਪੜ੍ਹਨ ਵਾਲਾ 2-2.5 ਘੰਟੇ ਵੀ ਲਾ ਦਿੰਦਾ ਹੈ, ਹੌਲੀ 1.5 ਘੰਟੇ 'ਚ ਹੀ ਪੜ੍ਹੀ ਜਾਂਦੀ ਹੈ। ਜਿਨ੍ਹਾਂ ਦੀ ਬਾਣੀ ਚੱਲ ਜਾਂਦੀ ਹੈ ਉਹ 45 ਮਿੰਟ 'ਚ ਵੀ ਸੰਪੂਰਨ ਕਰ ਦਿੰਦੇ ਨੇ। ਚਲੰਤ ਬਾਣੀ ਹੈ ਜਿਨ੍ਹਾਂ ਦੀ, ਜੇ ਗੁਪਤ ਕਰਨੀ ਹੋਵੇ ਫਿਰ 30 ਮਿੰਟ 'ਚ ਵੀ ਪੜ੍ਹੀ ਜਾਂਦੀ ਹੈ। ਜੇ ਅਭਿਆਸ ਹੁੰਦਾ ਹਰ ਚੀਜ਼ ਦਾ, ਮਿਸਤਰੀ ਹੁੰਦਾ ਨਾ, ਜਿਹੜੇ ਮਿਸਤਰੀ ਨੇ ਹੱਥ ਚਲਾਣਾ ਹੈ ਉਹ ਇੱਟਾਂ ਫਿਰ ਚਿਣਦਾ ਹੀ ਚਲਿਆ ਜਾਂਦਾ, ਜਿਹਨੇ ਕਰਨਾ ਹੀ ਕੁਛ ਨਹੀਂ ਫਿਰ ਹੌਲੀ ਹੌਲੀ, ਜਿਹੜਾ ਮੰਦਾ ਵੀ ਐਵੇਂ ਹੀ ਹੈ। ਹਰ ਚੀਜ਼ ਦਾ, ਜਿਹੜੀ ਬੀਬੀ ਨੂੰ ਹੁਨਰ ਹੈ ਨਾ ਪ੍ਰਸ਼ਾਦਾ ਪਕਾਉਣ ਦਾ, ਉਹਨੇ 20 ਮਿੰਟ 25-30 ਮਿੰਟ ਦੇ ਵਿੱਚ ਤਿਆਰੀ ਕਰਕੇ ਰੱਖ ਦੇਣੀ ਹੈ। ਜਿਹਨੇ ਕਰਨਾ ਹੀ ਨਹੀਂ ਫਿਰ ਉਹ ਸ਼ਾਮ ਤੱਕ ਰਿੜਕੀ ਜਾਂਦੀ ਹੈ, ਭਾਂਡੇ ਚਾਰ ਕੇ ਇੱਧਰ ਨੂੰ ਗੇਰਦੇ, ਥੋੜਾ ਜਿਹਾ ਕੂੜਾ ਇੱਧਰ ਨੂੰ ਕਰਦੇ ਆ, ਉਹ ਇਸ ਤਰ੍ਹਾਂ ਹੀ ਹੋ ਜਾਂਦਾ। ਭਾਵ ਹਰ ਚੀਜ਼ ਦਾ ਗਿਆਨ ਹੈ, ਹਰ ਚੀਜ਼ ਦਾ ਅਭਿਆਸ ਹੈ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸੁਖਮਨੀ ਸਾਹਿਬ ਦਾ ਉਚਾਰਨ ਕੀਤਾ ਤੇ ਬਚਨ ਕੀਤਾ। ਕਹਿੰਦੇ ਜਿਹੜਾ ਸਿੱਖ ਰੋਜ਼ ਸੁਖਮਨੀ ਸਾਹਿਬ ਦਾ ਇੱਕ ਪਾਠ ਕਰੇਗਾ ਨਾ, ਉਹਦੇ 24,000 ਸਵਾਸ ਪਵਿੱਤਰ ਹੋ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਕਰੇਗਾ, 24,000 ਅੱਖਰ ਹੈ। ਹੁਣ ਇੱਧਰ ਵੀ ਆ ਜਾਓ, ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਦੇ ਵਿੱਚ 1,000 ਅੱਖਰ ਲਿਖਿਆ ਹੈ ਤੇ 24,000 ਅੱਖਰ ਹੈ। ਸੁਖਮਨੀ ਸਾਹਿਬ 24 ਅਸ਼ਟਪਦੀਆਂ, 24 ਸ਼ਲੋਕ, ਤੇ ਮਹਾਰਾਜ ਨੇ ਸਾਡੇ 24,000 ਸਵਾਸ 20 ਮਿੰਟ 25-30 ਘੰਟਾ 2.5 ਘੰਟੇ 'ਚ ਪੂਰੇ ਕਰਤੇ ਸੱਚੇ ਪਾਤਸ਼ਾਹ ਜੀ ਨੇ। ਲੋ ਸਿੱਖੋ, ਇੰਨਾ ਸੌਖਾ ਕਰਤੇ ਆ ਤੁਹਾਡੇ ਵਾਸਤੇ। ਆਖੋ ਸਤਨਾਮ, ਵੀ ਤੁਹਾਨੂੰ 24 ਘੰਟੇ ਚੌਂਕੜਾ ਮਾਰਨ ਦੀ ਲੋੜ ਨਹੀਂ ਪੈਣੀ। ਪਰ ਗੱਲ ਇੱਥੇ ਮੁੱਕਦੀ ਆ ਕੇ, ਉਸ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਵੀ ਨਹੀਂ। ਇੰਨਾ ਗੁਰੂ ਜੀ ਨੇ ਸੌਖਾ ਕਰ ਕਰਕੇ ਸਾਨੂੰ ਮਾਰਗ ਦੱਸਦਿਆ ਵੀ ਲੈ ਇਹ ਤੋਂ ਵੀ ਸੌਖਾ ਕਰਤਾ, ਹੋਰ ਬੋਲ। ਫਿਰ ਵੀ ਅਸੀਂ ਆਪਣੇ ਸਵਾਸ ਨਹੀਂ ਪਵਿੱਤਰ ਕਰਦੇ। ਗੁੱਸਾ ਨਾ ਕਰਿਓ ਭਾਈ, 2.5 ਘੰਟੇ ਚੁਗਲੀਆਂ ਜ਼ਰੂਰ ਕਰ ਲਾਂਗੇ ਬੈਠ ਕੇ, ਪਰ ਬਾਣੀ ਨਹੀਂ ਪੜ੍ਹ ਸਕਦੇ। 3-3 ਘੰਟੇ ਦਾ ਸੀਰੀਅਲ ਜ਼ਰੂਰ ਦੇਖ ਲਾਂਗੇ, ਭਾਵੇਂ ਰਾਤ ਦੇਖ ਲਿਆ ਦੁਬਾਰੇ ਫੇਰ ਉਹੀ ਦੇਖਣ ਲੱਗ ਜਾਵਾਂਗੇ ਵੀ ਜਦੋਂ ਰਾਤ ਵਾਲੇ 'ਚ ਕੁਝ ਨਹੀਂ ਨਿਕਲਿਆ ਹੁਣ ਦਿਨ ਵਾਲੇ 'ਚ ਕੀ ਕੱਢ ਲਾਂਗੇ। ਮੈਂ ਵੇਖਿਆ ਘਰਾਂ 'ਚ ਬੀਬੀਆਂ ਸਾਡੀਆਂ ਭੈਣਾਂ ਰਾਤ ਨੂੰ ਜਿਹੜਾ ਸੀਰੀਅਲ ਦੇਖਿਆ ਉਹ ਸਵੇਰੇ ਫੇਰ ਉਹੀ ਦੇਖਿਆ। ਅੱਧਾ ਕਲੇਸ਼ ਤਾਂ ਘਰਾਂ 'ਚ ਇਸ ਚੀਜ਼ ਦਾ ਵੀ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ, ਸਿਮਰਨ, ਫਿਰ ਕਹਿਣਗੇ ਹਮਾਰੇ ਘਰਾਂ ਵਿੱਚ ਸੁਖ ਸ਼ਾਂਤੀ ਨਹੀਂ ਆਉਂਦੀ। ਵੀ ਸੁਖ ਸ਼ਾਂਤੀ ਤਾਂ ਬਾਣੀ ਨਾਲ ਆਣੀ ਹੈ, ਸਿਮਰਨ ਨਾਲ ਆਣੀ ਹੈ, ਭਗਤੀ ਨਾਲ ਆਣੀ ਹੈ। ਫਿਰ ਤੀਜੇ ਨੰਬਰ ਤੇ ਫਿਰ ਅਸੀਂ ਭੱਜਦੇ ਹਾਂ ਬਾਬਿਆਂ ਕੋਲ। ਫਿਰ ਬਾਬੇ ਵੀ ਫਿਰ 20-30 ਹਜ਼ਾਰ ਦਾ ਭਰ ਕੇ ਟੀਕਾ ਲਾਉਂਦੇ ਨੇ। ਆਖੋ ਸਤਨਾਮ, ਫੇਰ ਆ ਜਾਂਦੀ ਹੈ ਸੁਖ ਸ਼ਾਂਤੀ। ਜਦ ਜੇਬ ਖਾਲੀ ਜੀ ਹੋ ਜੇ, ਬਣਦਾ ਫੇਰ ਵੀ ਕੁਛ ਨਹੀਂ। ਉਹ ਆਪਣਾ ਚਾਹ ਪਾਣੀ ਚਲਾਈ ਜਾਂਦੇ ਨੇ। ਇਸ ਕਰਕੇ ਭੈਣੋ, ਤੁਸੀਂ ਮਾਈ ਭਾਗੋ ਦੀ ਵਾਰਸ ਹੋ। ਉਹ ਮਾਈ ਭਾਗੋ ਜਿਹਨੇ ਮੈਦਾਨੇ ਜੰਗ ਦੇ ਵਿੱਚ ਵੀ ਜੂਝਿਆ, ਤੁਸੀਂ ਉਹਨਾਂ ਦੀ ਵਾਰਸ ਹੋ। ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤਾ ਜੀ, ਜਿਹਨੇ ਯੋਧਿਆਂ ਨੂੰ ਜਨਮ ਦਿੱਤੇ। ਮੈਂ ਹਮੇਸ਼ਾ ਸਟੇਜਾਂ ਤੇ ਬੇਨਤੀ ਕਰਦਾ ਵੀ ਸਾਡੀ ਭੈਣਾਂ ਨੂੰ ਗੁਰਸਿੱਖ ਇਤਿਹਾਸ ਵਾਲੀ ਬੀਬੀਆਂ ਦੇ ਨਾਮ ਵੀ ਚੇਤੇ ਨਹੀਂ ਹੋਣੇ। ਵੀ ਗੁਰੂ ਨਾਨਕ ਮਹਾਰਾਜ ਦੇ ਪਰਿਵਾਰ 'ਚ ਕਿੰਨੀਆਂ ਬੀਬੀਆਂ, ਉਹਨਾਂ ਦੇ ਨਾਂ ਕੀ ਸੀ, ਗੁਰੂ ਨਾਨਕ ਮਹਾਰਾਜ ਦੇ ਘਰਦਿਆਂ ਦਾ ਨਾਂ ਕੀ ਸੀ, ਗੁਰੂ ਅੰਗਦ ਮਹਾਰਾਜ ਦੇ ਘਰਦਿਆਂ ਦਾ ਨਾਂ ਕੀ ਸੀ, ਗੁਰੂ ਅਮਰਦਾਸ ਮਹਾਰਾਜ ਦੇ ਘਰਦਿਆਂ ਦਾ ਨਾਂ ਕੀ। ਪਰ ਆਪਣਾ ਪਿਛੋਕੜ ਨਾ ਕਦੇ ਵੀ ਜ਼ਿੰਦਗੀ 'ਚ ਭੁੱਲੋ, ਕਦੇ ਵੀ ਜ਼ਿੰਦਗੀ 'ਚ ਵੀ ਬੰਦਾ ਉੱਠਿਆ ਕਿੱਥੋਂ ਹੈ। ਹਮੇਸ਼ਾ ਆਪਣੇ ਇਤਿਹਾਸ ਨੂੰ ਯਾਦ ਰੱਖੋ। ਹਮੇਸ਼ਾ ਇਤਿਹਾਸ ਦੇ ਵਿੱਚੋਂ ਹੀ ਜਾਗ ਲੱਗਦੀ ਹੈ, ਜਦੋਂ ਵੀ ਲੱਗਦੀ ਹੈ। ਪਰ ਆਪਾਂ ਕਹਿੰਦੇ ਆ ਕੋਈ ਬਾਬਾ ਮਹਾਰਾਜ ਜਪਿਆ ਜਪਾਇਆ ਵਾ ਸਿਰ ਪਾ ਹੱਥ ਰੱਖ ਦੇ, ਇਮਾਨ ਨੂੰ ਕੁਛ ਨਾ ਕਰਨੇ ਦੀ ਲੋੜ ਪਵਾ, ਕੁਛ ਨਹੀਂ ਕਰਨੇ ਦੀ ਬਸ। ਤਾਂ ਅਸੀਂ ਇਹਨਾਂ ਵਹਿਮਾਂ ਭਰਮਾਂ ਪਖੰਡਾਂ 'ਚ ਫਸੇ ਹੋਏ ਆ। ਗੁਰਬਾਣੀ 'ਚ ਲਿਖਿਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਇਹ ਤੈਨੂੰ ਆਪ ਸਵਾਰਨਾ ਪੈਣਾ। ਜੇ ਭੋਜਨ ਦੀ ਲੋੜ ਤੈਨੂੰ ਆ ਨਾ, ਭਜਨ ਦੀ ਲੋੜ ਵੀ ਤੈਨੂੰ ਹੈ। ਜੇ ਤੂੰ ਕਹੇ ਵੀ ਮੇਰੇ ਨਾਂ ਦਾ ਪ੍ਰਸ਼ਾਦਾ ਚੱਲ ਕੋਈ ਹੋਰ ਛਕ ਲੇਗਾ ਵੀ ਮੈਨੂੰ ਰੱਜ ਆ ਜਾਏਗਾ, ਇਹ ਭੁਲੇਖਾ ਹੈ ਆਪਣਾ। ਜਿਹੜੇ ਅਸੀਂ ਬਹੁਤੇ ਪਾਠ ਦੂਜਿਆਂ ਦੇ ਨਾਂ ਤੇ ਕਰਾਉਂਦੇ ਵੀ ਮੇਰੇ ਨਾਂ ਦਾ ਤੂੰ ਕਰਦੇ, ਇਹ ਤੈਨੂੰ ਕਰਨਾ ਪੈਣਾ ਹੈ। ਕੱਲ ਨੂੰ ਕਹੇਗਾ ਵੀ ਤੂੰ ਵੀ ਮੇਰੇ ਨਾਂ ਦਾ ਨਰਕ ਸਵਰਗ ਭੋਗਿਆ ਫਿਰ ਜਾ ਕੇ, ਐ ਨਹੀਂ ਹੋਣਾ। ਇਹ ਤੇ ਕਰਮੀ ਆਪੋ ਆਪਣੀ, ਹਰ ਇੱਕ ਦਾ ਕਰਮ ਆਪੋ ਆਪਣਾ ਹੈ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇ ਗੁਰਮੁਖ ਪਿਆਰਿਓ, ਇਹ ਕਰਮ ਹੈ ਜਿਹੜਾ ਜਿੰਨੀ ਜਲਦੀ ਬਣਾ ਲੈ ਉਹਨਾਂ ਆਨੰਦ ਸੁੱਖ ਭੋਗ ਲੇਗਾ ਰੱਬ ਦੇ ਘਰ ਦਾ। ਹਮੇਸ਼ਾ ਹੀ ਜਿੱਥੇ ਗੁਰੂ ਸਾਹਿਬ ਗਏ ਨੇ, ਅੱਜ ਦੇਖੋ ਇਹ ਧਰਤੀ ਤੇ ਮਹਾਰਾਜ ਆਏ ਨੇ, ਘਰ ਤੇ ਉਹੀ ਹੈ। 4 ਘੰਟੇ ਬਾਅਦ ਆਨੰਦ ਕੁਛ ਹੋਰ ਹੋ ਜਾਣਾ ਇਸ ਘਰ ਦਾ। ਗੁਰੂ ਸਾਹਿਬ ਦੇ ਆਉਣ ਤੋਂ ਰਾਤ ਪਹਿਲਾਂ ਕੁਛ ਹੋਰ ਆਨੰਦ ਸੀ। ਜਦੋਂ ਸਤਿਗੁਰੂ ਆ ਗਏ ਤਾਂ ਵੇਖੋ ਕਿੰਨੀਆਂ ਰੌਣਕਾਂ, ਆਨੰਦ ਬਣ ਗਿਆ। ਆਨੰਦ ਤੇ ਬਹੁਤ ਨੇ ਦੁਨੀਆ ਦੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੋਂ ਪਤਾ ਲੱਗਣਾ ਅਸਲੀ ਆਨੰਦ ਕੀ ਹੈ ਜ਼ਿੰਦਗੀ ਦਾ। ਹਮੇਸ਼ਾ ਹੀ ਤਾਂ ਗੁਰਮੁਖ ਪਿਆਰਿਓ, ਆਪਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਦਿੱਤਾ ਹੋਇਆ। ਆਪਾਂ ਜ਼ਿੰਦਗੀ ਦਾ ਸੁੱਖ ਭੋਗ ਰਹੇ ਹਾਂ, ਸਾਰੇ ਆਨੰਦ ਭੋਗ ਰਹੇ ਹਾਂ। ਐਸੇ ਵੀ ਗੁਰਸਿੱਖ ਆਏ ਸਤਿਗੁਰੂ ਦੇ ਵੇਲੇ ਜਿਨ੍ਹਾਂ ਦੇ ਘਰ 'ਚ ਕੱਖ ਨਹੀਂ ਸੀ, ਪਰ ਉਹਨਾਂ ਨੇ ਗੁਰੂ ਦਾ ਲੜ ਨਹੀਂ ਛੱਡਿਆ। ਗਰੀਬੀ ਵੀ ਆਈ, ਮਾੜੇ ਹਾਲਾਤ ਵੀ ਆਏ, ਪਰ ਅਸੀਂ ਜਦੋਂ ਗਰੀਬੀ ਆਉਂਦੀ ਹੈ ਉਦੋਂ ਰੱਬ ਨੂੰ ਯਾਦ ਕਰਦੇ। ਜਦੋਂ ਬਹੁਤਾ ਸੁੱਖ ਆ ਜੇ ਫਿਰ ਸਾਨੂੰ ਰੱਬ ਚੇਤੇ ਨਹੀਂ ਆਉਂਦਾ। ਇਹ ਜ਼ਿੰਦਗੀ ਦੀ ਮਾਰ ਹੈ ਸਾਡੇ ਤੇ। ਇਹੀ ਅਸੀਂ, ਸਾਡਾ ਜਿਹੜਾ ਸੋਚਣ ਦਾ ਨਜ਼ਰੀਆ ਹੈ, ਉਹ ਪੈਸਾ ਜਿਹੜਾ ਨਜ਼ਰੀਆ ਚੇਂਜ ਕਰ ਦਿੰਦਾ ਹੈ। ਹਾਲਾਂਕਿ ਇਹ ਚੀਜ਼ ਕਦੇ ਚੇਂਜ ਨਹੀਂ ਹੋਣੀ ਚਾਹੀਦੀ। ਭਾਵੇਂ ਮਾਇਆ ਆ ਗਈ, ਬਥੇਰੀ ਆ ਗਈ, ਫਿਰ ਵੀ ਦਾਤੇ ਦਾ ਸ਼ੁਕਰਾਨਾ ਕਰੋ ਵੀ ਦੱਦਾ ਦਾਤਾ ਏਕ ਹੈ ਸਭ ਕੋ, ਤੇਰਾ ਆਨੰਦ ਹੈ, ਤੂੰ ਦੇਣ ਵਾਲਾ ਸਭ ਨੂੰ ਦਾਤਾ। ਸਾਡੀ ਕੀ ਔਕਾਤ, ਅਸੀਂ ਕੋਈ ਦਾਤ ਖਰੀਦ ਲਾਂਗੇ। ਮੈਂ ਸ਼ੁਰੂ 'ਚ ਜਦੋਂ ਆਪਾਂ ਸ਼ਬਦ ਪੜ੍ਹ ਰਹੇ ਸੀ, ਉਹ 'ਚ ਮੈਂ ਇੱਕ ਬਚਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਕਹਿੰਦੇ ਘਰ ਤਾਂ ਤੇਰਾ ਸਭ ਕੁਛ ਹੈ। ਲੋ ਵੀ ਬੀਬੀਓ ਮੰਨਦੀਆਂ ਇਸ ਗੱਲ ਨੂੰ ਵੀ ਘਰ ਤਾਂ ਤੇਰਾ ਸਭ ਕੁਛ ਹੈ। ਕਿਹਦੇ ਘਰ? ਜਿਹਦੇ ਚਰਨ 'ਚ ਬੈਠੇ ਆ। ਕੀ ਨਹੀਂ ਹੈ ਇਹਦੇ ਘਰ 'ਚ? ਪਰ ਸਾਡੀ ਸ਼ਰਧਾ ਨਹੀਂ ਹੈ, ਸਾਡੀ ਭਾਵਨਾ ਨਹੀਂ ਹੈ। ਧੰਨੇ ਨੇ ਪੱਥਰ 'ਚੋਂ ਰੱਬ ਨਹੀਂ ਪਾਇਆ। ਪੱਥਰ ਦੀ ਜਗ੍ਹਾ ਕੁਝ ਹੋਰ ਵੀ ਹੁੰਦਾ ਨਾ ਤਾਂ ਵੀ ਰੱਬ ਨੇ ਆ ਜਾਣਾ ਸੀ। ਪੱਥਰ ਦਾ ਇੱਕ ਜਰੀਆ ਬਣਾਇਆ ਉਹਨੇ, ਉਹਦੇ ਉੱਪਰ ਭਾਵਨਾ ਰੱਖ ਲਈ। ਅੱਜ ਸਾਡੀ ਜਿਹੜੀ ਗੱਲ ਹੈ ਸਾਰੀ ਉਹ ਭਾਵਨਾ ਤੇ ਨਿਬੜਨੀ ਹੈ ਵੀ ਅੰਦਰਲੇ ਹਾਵ ਭਾਵ ਕੀ ਨੇ ਸਾਡੇ। ਅੰਦਰਲਾ ਸੁੱਖ, ਅੰਦਰਲਾ ਚੈਨ, ਅੰਦਰਲਾ ਆਨੰਦ ਕੀ ਹੈ ਉਹ ਵੇਖਣਾ ਹੈ, ਬਾਹਰੋਂ ਨਹੀਂ। ਬਾਹਰੋਂ ਅਸੀਂ ਜਿੰਨੇ ਮਰਜ਼ੀ ਲੋਕਾਂ ਨੂੰ ਦਿਖਾਵੇ ਵਾਸਤੇ ਜੋ ਬਣਦੇ ਰਹੀਏ, ਪਰ ਗੁਰੂ ਜੀ ਨੇ ਅੰਦਰਲੀ ਮਨ ਦੀ ਮੂਰਤ ਪੜ੍ਹਨੀ ਹੈ ਵੀ ਮਨ ਕੀ ਕਹਿੰਦਾ ਹੈ। ਤਾਂ ਮਹਾਰਾਜ ਕਹਿੰਦੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਕਿਹਨੂੰ ਦੇਵੇਗਾ ਸਤਿਗੁਰੂ ਦਾਤ? ਸਦਾ ਸਿਵਤ ਸਲਾਹ ਤੇਰੀ। ਆਪਾਂ ਲੈਣੇ ਦੁਨੀਆ ਦੀਆਂ ਸਲਾਹਾਂ, ਤਾਂ ਹੀ ਮਾਰ ਖਾਂਦੇ ਆ। ਜਿਹੜਾ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀ ਸਲਾਹ ਲਵੇਗਾ ਆਪਣੇ ਗੁਰੂ ਦੀ, ਉਹ ਕਦੇ ਵੀ ਜ਼ਿੰਦਗੀ 'ਚ ਮਾਰ ਨਹੀਂ ਖਾਵੇਗਾ। ਗੁਰੂ ਤੋਂ ਸਲਾਹ ਕਦੋਂ ਲੈਣੀ ਹੈ? ਅਰਦਾਸ ਕਰੋ, ਕੋਈ ਵੀ ਕੰਮ ਕਰਨਾ ਹੋਵੇ, ਗੁਰੂ ਜੀ ਦਾ ਹੁਕਮਨਾਮਾ ਸੁਣੋ, ਉਹਨੂੰ ਵਿਚਾਰੋ ਵੀ ਸਤਿਗੁਰੂ ਕਹਿੰਦੇ ਕੀ ਨੇ, ਕੀ ਕਹਿੰਦੇ ਨੇ। ਲੈ ਗੁਰੂ ਜੀ ਨੇ ਤੇਰੀ ਅਰਦਾਸ ਹੁਕਮਨਾਮੇ 'ਚ ਦੱਸ ਦੇਣੇ ਵੀ ਤੂੰ ਕੀ ਕਰਨ ਜਾ ਰਿਹਾ ਹੈ, ਵੀ ਕੀ ਕਰਨ ਜਾ ਰਿਹਾ ਹੈ। ਬਹਿ ਜਾਓ ਭੈਣ ਜੀ, ਕੋਈ ਨਹੀਂ, ਬਹਿ ਜਾਓ। ਝੋਲਾ ਵੀ ਜ਼ਿਆਦਾ ਭਰ ਲਿਆ ਜੀ ਮਾਈ। ਕੋਈ ਨਹੀਂ, ਬਹਿ ਜਾ ਭੈਣ, ਬਹਿ ਜਾ ਆਰਾਮ ਨਾਲ। ਕੋਈ ਨਹੀਂ, ਬਾਅਦ 'ਚ ਦੱਸਾਂਗੇ ਭੋਗ ਤੇ ਬਾਅਦ, ਫਿਰ ਕਰਾਂਗੇ ਗੱਲਾਂ ਬਾਤਾਂ ਆਪਾਂ ਸਾਰੇ ਰਲ ਮਿਲ ਕੇ। ਹੁਣ ਆਪਾਂ ਗੁਰੂ ਦੀ ਗੱਲ ਕਰ ਲਈਏ ਬਸ। ਇਕਾਗਰਤਾ ਬਣਾ ਕੇ ਜਦੋਂ ਸਤਸੰਗ ਹੁੰਦੀ ਹੋਵੇ ਉਦੋਂ ਐ ਬਹਿ ਜਾ ਕਰੋ, ਮੂਰਤ ਐ ਸੁਰਤ ਹੋ ਕੇ, ਕੋਈ ਆਵੇ ਕੋਈ ਜਾਵੇ, ਕੋਈ ਪਰਵਾਹ ਨਹੀਂ। ਇਹੀ ਆਨੰਦ ਹੈ। ਨਹੀਂ ਫਿਰ ਐ ਹੋ ਜਾਂਦਾ ਜਿਵੇਂ ਪਾਣੀ ਖੜੇ 'ਚ ਕੋਈ ਮੜੀ ਡਲੀ ਮਾਰਦੇ ਨਾ, ਸਾਰਾ ਪਾਣੀ ਹਿੱਲ ਜਾਂਦਾ ਹੈ। ਇਸ ਤਰ੍ਹਾਂ ਮਾੜਾ ਜਿਹਾ ਕੋਈ ਵਿੱਚ ਕੋਈ ਆ ਕੇ ਬੋਲ ਜਾਂਦਾ, ਫਿਰ ਉਹ ਸਾਰਿਆਂ ਦਾ ਧਿਆਨ ਉੱਧਰ ਹੋ ਜਾਂਦਾ ਵੀ ਪਤਾ ਨਹੀਂ ਕੀ ਗੱਲ ਹੋ ਗਈ। ਬਿਲਕੁਲ ਸੁਰਤ ਜੋੜ ਲਓ। ਤਾਂ ਆਪਣੀ ਵਿਚਾਰ ਚੱਲ ਰਹੀ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖੋ, ਦ੍ਰਿੜ ਵਿਸ਼ਵਾਸ। ਮਹਾਰਾਜ ਹਰ ਕਾਰਜ ਨੂੰ ਨਜਿੱਠਦੇ ਨੇ। ਕਹਿੰਦੇ ਕੀਤਾ ਲੋੜੀਏ ਕੰਮ ਸੁਹਰ ਪੈ ਬੇਅੰਤ। ਤੁਹਾਨੂੰ ਮੈਂ ਗੁਰੂ ਸਾਹਿਬ ਜੀ ਦੀਆਂ ਵਿਚਾਰਾਂ ਦੱਸ ਸਕਦਾ ਵੀ ਮਹਾਰਾਜ ਨੇ ਬਾਣੀ 'ਚ ਕਿੱਥੇ ਸਾਨੂੰ ਕਿਹਾ ਵੀ ਸਲਾਹ ਕਿਹਦੀ ਲੈਣੀ ਹੈ।
ਮਹਾਰਾਜ ਕਹਿੰਦੇ ਕੀਤਾ ਲੋੜੀਏ ਕੰਮ ਸੋ ਹਰ ਪੈ आखिए ਵੀ ਹਰੀ ਨੂੰ ਅੱਖ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਕਹਿ। ਦੁਨੀਆ ਨੂੰ ਕੀ ਕਹਿ ਰਿਹਾ? ਉਹ ਤਾਂ ਤੇਰਾ ਮਜ਼ਾਕ ਬਣਾਵੇਗੀ, ਨਾਲੇ 20 ਨੂੰ ਹੋਰ ਦੱਸਾਂਗੇ ਵੀ ਇਹਦਾ ਆਹ ਕੰਮ ਕੱਢ ਗਿਆ ਬਈ। ਇਹ ਤਾਂ ਇਸ ਕਰਕੇ ਦੁਖੀ ਹੋਇਆ ਫਿਰਦਾ ਹੈ। ਗੁਰੂ ਤੇ ਮਾਂ-ਬਾਪ ਇਹ ਦੋ ਜੀ ਨੇ ਜਿਹੜੇ ਸਾਡੇ ਪਰਦੇ ਕੱਜਦੇ ਨੇ ਹਰ ਵੇਲੇ। ਇੱਕ ਮਾਂ-ਬਾਪ, ਇੱਕ ਗੁਰੂ, ਤੀਜਾ ਨਹੀਂ ਕੋਈ। ਇਹ ਦੋਵੇਂ ਹਰ ਵੇਲੇ ਤੁਹਾਡੇ ਪਰਦੇ ਕੱਜਣਗੇ। ਹੁਣ ਰੁਮਾਲਾ ਚੜਾਇਆ, ਪਰਦੇ ਦੀ ਅਰਦਾਸ ਹੋਵੇਗੀ, ਮਹਾਰਾਜ ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਹਮੇਸ਼ਾ ਲੋਕ ਸੁਖੀਏ ਪਰਲੋਕ ਸੁਹੇਲੇ ਬਣਾ ਕੇ ਰੱਖਿਓ, ਪਰਦੇ ਕੱਜਦੇ ਰਹੋ। ਤਾਂ ਕਹਿੰਦਾ ਵੀ ਆਪਣੀ ਕੋਈ ਵੀ ਮੁਸ਼ਕਲ ਹੁੰਦੀ ਹੈ ਗੁਰੂ ਨੂੰ ਦੱਸੋ, ਗੁਰੂ ਜ਼ਰੂਰ ਪੂਰੀ ਕਰੇਗਾ। ਤੈਨੂੰ ਰਾਹ ਦੱਸ ਦੇਗਾ, ਮਾਰਗ ਵੀ ਆਹ ਮਾਰਗ ਤੇ ਆ ਜਾ ਜੇ ਸਹੀ ਹੋਣਾ ਹੈ। ਜੇ ਦੁਨੀਆ ਦੇ ਪਿੱਛੇ ਲੱਗੇਗਾ, ਫਿਰ ਭਗਤ ਕਬੀਰ ਜੀ ਨੇ ਬੜਾ ਸੋਹਣਾ ਕਿਹਾ ਹੈ, ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚੱਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਜੇ ਗੁਰੂ ਨੂੰ ਵਿੱਚ ਰੱਖਿਆ ਹੋਇਆ, ਕਹਿੰਦੇ ਨਹੀਂ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਬਿੰਗਾ ਹੋਆ। ਜੇ ਕਰਤੇ ਨੂੰ ਵਿੱਚ ਰੱਖਿਆ ਹੋਇਆ, ਸਾਡੇ ਕੋਲ 4 ਛਿੱਲੜ ਆ ਜੇ, ਅਸੀਂ ਤਾਂ ਗੱਲੇ ਨਹੀਂ ਕਰਦੇ ਕਿਸੇ ਨਾਲ। ਇੰਨਾ ਹੰਕਾਰ, ਇੰਨਾ ਚਾਰ ਜੋ ਮਰਜੀ ਦੁਨੀਆ ਤੇ ਬਣ ਗਿਆ, ਇਸ ਤਾਂ ਕਹਿੰਦਾ ਮੇਰੇ ਵਰਗਾ ਹੈ ਹੀ ਨਹੀਂ ਕੋਈ ਇਲਾਕੇ 'ਚ। ਐਸਾ ਸਾਡੇ ਅੰਦਰ ਹਾਵ ਭਾਵ ਬਣ ਜਾਂਦੇ ਨੇ। ਇਹੀ ਸਾਡਾ ਹੰਕਾਰ ਹੈ ਜਿਹੜਾ ਗੁਰੂ ਨੂੰ ਚੰਗਾ ਨਹੀਂ ਲੱਗਦਾ। ਗੁਰੂ ਸਾਹਿਬ ਦੇ ਵੇਲੇ ਬਥੇਰੇ ਤਖਤਾਂ ਦੇ ਰਾਜੇ ਆਏ, ਜਿਨ੍ਹਾਂ ਨੇ ਆਪਣੇ ਰਾਜ ਦਾ ਅਪਮਾਨ ਕੀਤਾ ਅੱਗੇ। ਗੁਰੂ ਸਾਹਿਬ ਫੇਰ ਉਹੀ ਨਿਮਰਤਾ ਦੇ ਪੁੰਜ, ਜਿਹੜੀਆਂ ਰਾਜਿਆਂ ਨੇ ਦੇਖਿਆ ਨਹੀਂ ਨਾ ਹੋਣੀਆਂ, ਮੇਰੇ ਸਤਿਗੁਰ ਨੂੰ ਵੈਸੇ ਹੀ ਸੰਗਤਾਂ ਨੇ ਗਿਫਟ ਕਰ ਦਿੱਤੀਆਂ ਸੀ। ਇਸੇ ਤਰ੍ਹਾਂ ਹੀ ਮੇਰੇ ਸਤਿਗੁਰ ਨੂੰ ਅਸੀਂ ਆਹ ਚੀਜ਼ ਭੇਟਾ ਕਰਨ ਜਾ ਰਹੇ ਹਾਂ, ਗਿਫਟ ਕਰਨ ਜਾ ਰਹੇ ਹਾਂ ਸੱਚੇ ਪਾਤਸ਼ਾਹ ਜੀ ਨੂੰ। ਉਸ ਵੇਲੇ ਪਰ ਉਹ ਕੀ ਸੀ? ਉਹ ਸੱਚ ਸੀ। ਸੱਚ ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਸ਼ਵਾਸ। ਇਹ ਗੱਲਾਂ ਸਮਝਣੀਆਂ ਥੋੜੀ ਜਿਹੀ ਔਖੀਆਂ ਨੇ। ਜਿੱਦਣ ਸਮਝ ਆ ਗਈਆਂ, ਮੈਂ ਸਾਖੀ ਵੀ ਸੁਣਾ ਦਿੰਦਾ, ਕੋਈ ਗੱਲ ਨਹੀਂ, ਕਿਉਂਕਿ ਸਾਖੀ ਵੱਲ ਫਿਰ ਜ਼ਿਆਦਾ ਧਿਆਨ ਜੁੜ ਜਾਂਦਾ ਹੈ। ਪਰ ਅਸੀਂ ਸਾਖੀਆਂ ਸਾਰੇ ਜਾਣਦੇ ਹਾਂ, ਗੁਰੂ ਦੀ ਵਿਚਾਰ ਅਸੀਂ ਸਮਝਦੇ ਨੇ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ। ਸਾਖੀਆਂ ਵੀ ਸੁਣੋ, ਗੁਰੂ ਜੀ ਦੀ ਵਿਚਾਰ ਵੀ ਸੁਣੋ। ਮੈਂ ਹਮੇਸ਼ਾ ਕਹਿੰਦਾ ਸਾਰੀ ਜ਼ਿੰਦਗੀ ਸਾਡੇ ਰੁਮਾਲੇ ਚੜਾਉਂਦਿਆਂ ਦੀ ਲੰਘੀ, ਅਸੀਂ ਰੁਮਾਲਾ ਚੱਕਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਉੱਪਰੋਂ? ਕਦੋਂ ਚੱਕਾਂਗੇ? फिर हमारी बीबियां कहता हाँ ये तो बाबियां का काम हुआ, रमाले पर चक्के, ये तो बाबियां का काम। पढ़ना मन तो भेटा देने वाले हैं। भेटा भी एक जगह रखो, आप भी कोशिश करो गुरबाणी पढ़न दी। मेरा 17 साल तो यही मैसेज है भी बीबियां घर सैंतियां च सुखमनी साहब सहज पाठ रखो घर सैंतियां ते। 10 बजे थोड़े पोचे सोचे भांडे ठिंडे सब निबड़ जाते हैं। 10 बजे वेलियां तुसीं ऊँ जे खलारा पा के रखना, भावें शाम तक पाई रखो, गल वख है। 10 बजे तो बाद फ्री हाँ, पूरे 2 घंटे गुरबाणी पढ़ो बैठ के। देखा कोई बीबी कह के दिखावे मेरे घर च सुख शांति नहीं है, चैलेंज है। कह के दिखावे ला मेरे घर कलेश रहता है, लियाओ गुरबाणी नूं। गुरबाणी घरे लियाते नहीं आपां, बस ऐ कहना भी यही काम हो जाना, बस अरदास करा लीए, फलाना करा लीए, ढिवका करा लीए। महाराज कहते अपना हथी अपना आपे ही काज सवारी है। तेनू हथ दिते, तेनू जीव दिती, तेनू श्वास दिते, तेनू रसना दिती है, तेनू नेत्र दिते परमात्मा दे दर्शन करन वास्ते। पर नहीं, असी होरां दे हथ च डोर फड़ाई बैठे हैं अपनी। कोशिश करो, नहीं गुरबाणी शुद्ध पढ़ने आंदी, हौली हौली आपे आ जानी है। बच्चा जम्मण सार तो नहीं तुरन लग गया सी, हौली हौली सीखिया ही है, सब कुछ सीख गया। लै भावें अज जहाज चलवा लो, आखो सतनाम। पहला आप भी नहीं सी चलना आंदा, सीख के जेड़े सीखण दा चाहवान रखते ने। मारी माइयां नूं कहिए बाणी बाबे क्या सीखेंगे, मन तो अनपढ़ आ, मोबाइल टच भी चला लैंदी है। लमड़ा जा टच फोन फड़ा दे, हुण खोल लेगी माई, कोई चला लैंदी है ना। पता भी किहड़े सीरियल ते किहड़ा नाटक लगदा, नंबर याद करी बैठी है रिमोट दे उपर भी। वो चीज दा हाव भाव सी, उधर नूं मन कर गया तां सीख लिया। ਇਹ ਨਾ ਕਹੋ ਮੈਨੂੰ ਬਾਣੀ ਨਹੀਂ ਪੜ੍ਹਨੇ ਆਂਦੀ,
ਤੂੰ ਮਨ ਬਣਾ, ਸਤਿਗੁਰੂ ਨੂੰ ਅਰਦਾਸ ਕਰ, ਉਹਨੇ ਸੱਚੇ ਪਾਤਸ਼ਾਹ ਨੇ ਤੈਨੂੰ ਬਾਣੀ ਪੜ੍ਹਨ ਦੀ ਸਮਰੱਥਾ ਵੀ ਦੇ ਦੇਣੀ ਹੈ। ਫਿਰ ਕੀ ਕਹਿੰਦਾ, ਬਾਬੇ ਵੱਤੀ ਇੱਕ ਲੰਘੀ ਥੋੜੀ ਜੀ ਰਹਿ ਗਈ, ਵੈਸਾ ਹੀ ਘੜੀਸ ਘੜੂਸ ਕਾ ਕੱਢ ਲੈਂਗੇ। ਐਵੇਂ ਨਹੀਂ ਗੱਲ। ਇਹ ਮਨੁੱਖਾ ਸਰੀਰ ਵਾਰ-ਵਾਰ ਨਹੀਂ ਮਿਲਣਾ, ਕਿਤੇ ਕਹੇ ਦੁਆਰੇ ਫੇਰ ਸਰਦਾਰਾਂ ਦੇ ਘਰ ਜਨਮ ਹੋ ਜਾਣਾ ਹੈ। ਕਈ ਜਨਮ ਭਏ ਕੀਟ ਪਤੰਗਾ। ਸੁਣ ਲਓ, ਕਈ ਜਨਮ, ਇੱਕ ਅੱਧਾ ਜਨਮ ਨਹੀਂ। ਐ ਨਾ ਕਹੋ ਵੀ ਜੰਮਣ ਤੋਂ ਬਾਅਦ ਫੇਰ ਮਨੁੱਖਾ ਸਰੀਰ ਮਿਲ ਜੂ, ਨਾ ਨਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕੀੜਾ ਸੱਪ ਮੱਛੀ ਇਹ ਜਨਮ ਜਨਮੇ ਭੋਗਦਾ ਰਿਹਾ। ਨਖਿਤ ਜੁਨੀਆਂ ਵਾਰ-ਵਾਰ ਨਹੀਂ ਮਿਲਣੀ ਮਨੁੱਖਾ ਸਰੀਰ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਵੇਖ ਲਾ, ਸੱਪ ਦੀ ਸਭ ਤੋਂ ਵੱਧ ਉਮਰ ਹੈ। ਕਿਸੇ ਦੇ ਧੱਕੇ ਚੜ ਜੇ ਕੋਈ ਨਾਸਾ ਕੁੱਟ ਦੇਗਾ, ਨਹੀਂ ਛੇਤੀ ਨਹੀਂ ਮਰਦਾ ਸੱਪ। ਜਿਨ੍ਹਾਂ ਨੂੰ ਸਾਡੀ ਮਾਈਆਂ ਬਾਬਾ ਕਹਿ ਦਿੰਦੀਆਂ, ਹੈ ਤਾਂ ਵਿਚਾਰਾ ਜੁੰਨੀ ਭੋਗ ਰਿਹਾ, ਉਹ ਬਾਬਾ ਤਾਂ ਅਸੀਂ ਕਹਿੰਦੇ ਆ। ਅੱਛਾ, ਫਿਰ ਮਾਈਆਂ ਦੇ ਕਿੰਨੀਆਂ ਇੰਟੈਲੀਜੈਂਟ ਨੇ। ਜੇ ਬਾਬੇ ਨੂੰ ਕਦੇ ਨਹੀਂ ਕਹਿੰਦੇ ਬਾਬਾ ਜੀ ਘਰਾਂ ਦਰਸ਼ਨ ਦਿਓ, ਕਦੇ ਨਾ, ਕਦੇ ਨਹੀਂ ਕਹਿੰਦੀਆਂ। ਸੇਵੀਆਂ ਵੀ ਪਾ ਕੇ ਆਣਗੇ, ਦੁੱਧ ਵੀ ਚੜਾ ਕੇ ਆਣਗੀਆਂ, ਪਰ ਬਾਬਾ ਜੀ ਨੂੰ ਇਹ ਨਹੀਂ ਕਦੇ ਕਹਿੰਦੀਆਂ ਵੀ ਬਾਬਾ ਜੀ ਕਦੇ ਘਰਾਂ ਨੂੰ ਫਣਕਾਰਾ ਜਾਂ ਮਾਰ ਕੇ ਆਇਓ, ਵੀ ਪਾ ਦਿਓ ਚਰਨ। ਕਦੇ ਨਹੀਂ ਕਹਿੰਦੇ। ਨਾ ਪੁੱਛ ਲਓ ਚਾਹੇ, ਜੇ ਬਾਬਾ ਵੀ ਚੱਲ ਮੈਨੂੰ ਸੇਵੀਆਂ ਮਾਈ ਖਿਲਾ ਕੇ ਜੇ ਵੀ ਮੈਂ ਪਾਇਆ ਮੈਂ ਚਰਨ, ਲੈ ਫਿਰ ਦੇਖਿਓ ਇਹੀ ਮਾਈਆਂ ਕਹਿਣੀਆਂ, ਇਸकी ਪੂੰਛ ਹਿੱਲਾ, ਇੱਕ ਹੋਰ ਮਾਰ ਡੰਡਾ। ਇਹੀ ਕਟਵਾਣਗੀਆਂ। ਫਿਰ ਦੇਖ ਲਓ, ਡੰਡਾ ਵੀ ਇਹੀ ਫੜਾਉਂਦੀਆਂ ਨੇ ਵੀ ਐ ਚੰਗੀ ਤਰ੍ਹਾਂ ਸੁਰੀ ਕੁੱਟਦੇ, ਹਲੇ ਬਾਬਾ ਹਿੱਲ ਰਿਹਾ। ਧੰਨ ਹੈ ਵੀ ਅਸੀਂ ਦੇਖ ਲਓ, ਨਾਲੇ ਤਾਂ ਅਗਲੇ ਨੂੰ ਐਡਾ ਸਤਿਕਾਰ ਦੇ ਰਹੇ ਆ, ਦੁੱਧ ਵੀ ਪਿਲਾ ਰਹੇ ਆ, ਸੇਵੀਆਂ ਵੀ ਖਿਲਾ ਰਹੇ ਆ ਉਹਨੂੰ ਵਿਚਾਰੇ ਨੂੰ। ਜੇ ਬਾਈ ਚਾਂਸ ਘਰੇ ਦਰਸ਼ਨ ਦੇਣ ਵੀ ਆ ਗਿਆ, ਨਾਲੇ ਫੇਰ ਵੀ ਕਟਵਾ ਦਿਆ ਵਿਚਾਰਾ। ਫਿਰ ਇਹ ਗੁਰਬਾਣੀ 'ਚ ਪਤਾ ਕੀ ਕਿਹਾ ਇਸ ਗੱਲ ਨੂੰ? ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ, ਕਮਲਾ ਫਿਰੈ। ਕਹਿੰਦੇ ਨਾਮ ਨਹੀਂ ਜਪਦੇ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ। ਕੋਈ ਬੰਦਾ ਮਨ 'ਚ ਕਹੇ ਵੀ ਬਾਬਾ ਨਿੰਦਿਆ, ਮੈਂ ਸੱਚ ਕਹਿ ਰਿਹਾ, ਤਾਂ ਦੱਸ ਦਿਓ ਤੁਸੀਂ ਵੀ ਸਹੀ ਹੈ ਕਿ ਗਲਤ ਹੈ। ਹਾਂ ਭਾਵ ਪਿਆਰ ਰੱਖੋ, ਭਾਵਨਾ ਰੱਖੋ, ਪਰ ਜੋ ਗੁਰਬਾਣੀ ਕਹਿੰਦੀ ਹੈ। ਸਾਡੇ ਲੋਕ ਭਾਵੇਂ ਅਸੀਂ ਗੁਰਦੁਆਰਿਆਂ ਤੇ ਕਰੋੜਾਂ ਰੁਪਈਆ ਲਾਉਣ ਵਾਲੇ ਆ, ਗੁੱਸਾ ਨਾ ਕਰਿਓ, ਪਰ ਅਸੀਂ ਇੱਕ ਪੰਕਤੀ ਦੇ ਅਰਥ ਨਹੀਂ ਕਰ ਸਕਦੇ। ਸਾਰੀ ਜ਼ਿੰਦਗੀ ਲੰਘ ਗਈ ਨਾ ਅਸੀਂ ਪੰਕਤੀ ਸਿੱਖੀ ਹੈ ਪੜ੍ਹਨੀ। ਜਿਹੜੇ ਗੁਰੂ ਪਿੱਛੇ ਅਸੀਂ ਕਰੋੜਾਂ ਰੁਪਈਆ ਖਰਚ ਕਰਕੇ ਐਡਾ ਸਿਸਟਮ ਬਣਾ ਦਿੰਦੇ ਆ, ਉੱਥੇ ਦਾ ਗਿਆਨ ਵੀ ਸਿੱਖੋ। ਡੇਲੀ ਕਲਾਸ ਲਾ ਕੇ ਰੋਜ਼, ਵੀ ਕੱਲੀਆਂ ਗੋਲਕਾਂ ਤੱਕ ਸੀਮਤ ਆ, ਵੀ ਸੰਗਰਾਂਦ ਨੂੰ ਗੋਲਕ ਗਿਣੀ, ਹਿਸਾਬ ਕਿਤਾਬ ਉਧਰ ਚੱਲ, ਵੀ ਦੇਖ ਆਈ ਲੈ ਬਾਈ ਬਾਬੇ ਤਾਰਾ ਕਮਾਉਣ ਮਹੀਨੇਗਾ। ਫਿਰ ਐਵੇਂ ਨਹੀਂ। ਜੇ ਗੁਰਦੁਆਰੇ ਬਣੇ ਨੇ, ਜੇ ਗੁਰੂ ਗ੍ਰੰਥ ਸਾਹਿਬ ਪਿੰਡਾਂ 'ਚ ਪ੍ਰਕਾਸ਼ ਹੈ, ਉਹ ਸਾਨੂੰ ਗਿਆਨ ਦੇਣ ਵਾਸਤੇ ਹੈ, ਗਿਆਨ ਦੇਣ ਵਾਸਤੇ। ਪਰ ਸਾਡੀ ਸੋਚ ਇੱਥੇ ਖੜ ਗਈ ਵੀ ਕੋਈ ਮਰ ਗਿਆ ਗਲ ਗਿਆ ਤਾਂ ਮਹਾਰਾਜ ਨੂੰ ਲਿਆਵਾਂਗੇ, ਜਾਂ ਕੋਈ ਬੱਚੇ ਦਾ ਜਨਮ ਦਿਨ ਹੈ ਜਾਂ ਕਿਸੇ ਦਾ ਵਿਆਹ ਤਾਂ ਅਸੀਂ ਮਹਾਰਾਜ ਰੱਖਿਆ। ਸਾਡੀ ਤਾਂ ਸੋਚ ਇੱਥੇ ਖੜੀ ਹੈ। ਨਹੀਂ, ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜੇ ਨਿਰੰਕਾਰ ਨੂੰ ਮਿਲਣਾ ਹੈ ਤਾਂ ਰੋਜ਼ ਗੁਰਬਾਣੀ ਸੁਣ, ਅਭਿਆਸ ਕਰ, ਤੈਨੂੰ ਦੁਨੀਆ ਤੇ ਜਿਉਣ ਦਾ ਢੰਗ ਸਿੱਖ ਜਾਏਗਾ, ਹਰ ਚੀਜ਼ ਸਿੱਖ ਜਾਏਗਾ। ਇਸ ਕਰਕੇ ਇਹ ਮਨੁੱਖਾ ਸਰੀਰ ਹੈ, ਵਾਰ-ਵਾਰ ਨਹੀਂ ਮਿਲਣਾ। ਪੜਿਓ ਪਿਆਰ ਦੇ ਨਾਲ, ਉਹ ਵਾਰ-ਵਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ, 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 ਵਾਰ-ਵਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ।
देही बार बार नी मिलनी मानस देही मानस 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 देही क्या तुझ कर्म क्या तुझ कर्म तुम्हारा शरीर मेरा क्या तुझ कर्म तुम्हारा शरीर मेरा क्या तुझ कर्म कमाया शरीर मेरा क्या तुझ कर्म कमाया शरीर मेरे क्या तुझ कर्म कमाया शरीर मेरा क्या तुझ कर्म कमाया शरीर मेरा बिच बिछया दे उम्र गुजारी बिच बिछया दे उम्र गुजारी ओ बिच बिछया दे उम्र गुजारी भाई सत्संग 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 मनो भुलाया इस मन अंदले ने क्या तुझ कर्म तुम्हारा शरीरा मेरा क्या तुझ कर्म कमाया शरीर 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 मेरा बहुत जन्म बिछरे थे माधो एहो जन्म तुम्हारे लेखे लेखे चला दिए भावें गरीबी है भावें अमीरी है जन्म लेखे ला दिए गुरु जी दे फिर आनंद जिंदगी का बनना है। गुरु नानक महाराज सच्चे पातशाह जी दे वेले महाराज सच्चे पातशाह जगत जलंदे नूं तारदे होए जिवें परिवार ने ना आ चरण पवाए ने अपने गृह विखे हर एक दी भावना हुंदी है भी मेरे घर गुरु साहिब जी आण थोड़े च भी बथेरे प्यार वाले बैठे हैं जेडे समय नूं उडीक रहे ने मैं घर पावांगा फिर गुरु साहिब जी नूं बुलावांगा फिर रौनकां लगणगीਆਂ मेरे सतगुरु जी चरण पाणगे बच्चे दा विआह आ जे फिर गुरु साहिब नूं लैके आवांगे कोई समा चंगा आ जे फिर गुरु नूं लैके आवांगे समा सारा ही चंगा है साहा गणै न करे विचार साहे ऊपर एक ओंकार सारे साहे रब ने बनाए ने रब ने कोई चीज माड़ी नहीं बनाई दुनिया ते साडा सोचण दा नजरिया माड़ा है हर वेले रब ने कुछ नहीं माड़ा बनाया मैं अपने कोलों एक भी गल नहीं कह रहा थानू जिन्नियां थानू गल्लां कह रहा गुरु ग्रंथ साहिब चों कह रहा जो महाराज बाणी च लिख के गए ने भगत 15 भगत 4 गुरसिख ते जेड़े सानू ज्ञान दे रहे ने की भी भाई बिन हर भजन नहीं छुटकारा पूरे रब तो बिना थोड़ा कदे गुजारा ही नहीं हो सकता पूरे रब बिना बथेरी दुनिया जिहड़ी अधूरियां नूं अज गुरु बनाई बैठी है बेअंत गुरु वो चुनो जिहड़ा साडा सिर उच्चा करके रखे हमेशा ओ रब चुनो उस गुरु नूं चुनो अज बथेरी दुनिया जिहड़ी बनौटी गुरु बनाई बैठी है ते फिर की रह गई नीवी पा के तुरदे ने लोग वो गल वाख्या भी बेशर्मी की हद हुंदी है कोई बंदा कहे भी नहीं जी ऐ हो नहीं सकता पर इहदे घर च देर है अंधेर नहीं है जेड़ा पाप किया पुण्य किया किसी ने उहदा फल रब ने देना ही देना इत्थे तुहानूं बथेरे साध पुणिया च लोग माड़े काम करते रहे बस बेअंत लोग उन्हां दे पिछे लगते रहे तां अज ओह जेलां दे विच बंद ने ढके हुए ने भी इन्होंने पाप किते ने पाप किते ने इन्हों इहदी सजा मिलनी है हमेशा देखो पाप असी लोगों तो लुक के कर लांगे भी मैनू रब कोई देखे ना मैनू पर्दे च कर लांगे पाप पर ओहदा कैमरा तो हर जगह बज रहा है हर जगह जिथे कहोगे उत्थे भी बज रहा है
ਉਹ ਹਰ ਚੀਜ਼ ਨੋਟ ਕਰ ਰਿਹਾ, ਉਹਦੇ ਕੈਮਰੇ 'ਚ ਕੋਈ ਨਹੀਂ ਲੁਕਿਆ। ਉਹ ਤਾਂ ਫਿਰ ਜਿਹਾ ਬੀਜੈ ਸੋਲਣਾ ਕਰਮ ਸੰਦੜਾ ਖੇਤ। ਮੈਂ ਗੱਲ ਤਾਂ ਸੁਣਾ ਰਿਹਾ ਵੀ ਗੁਰੂ ਵੀ ਉਹ ਚੁਣੋ ਜਿਹੜਾ ਸਾਡਾ ਸਿਰ ਉੱਚਾ ਕਰਕੇ ਰੱਖੇ, ਜਿਵੇਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਦੂਜਾ ਕਾਹੇ ਸਿਮਰੀਐ ਜੰਮੈ ਤੈ ਮਰ ਜਾਏ। ਨਹੀਂ ਤੇ ਅੱਜ ਲੋਕਾਂ ਨੇ ਜਿਹੜੇ ਦੇਹਧਾਰੀ ਗੁਰੂ ਬਣਾਏ ਹੋਏ ਨੇ, ਉਹ ਕੱਲ ਨੂੰ ਮਰ ਜਾਏਗਾ, ਪਰਸੋਂ ਨੂੰ ਨਵਾਂ ਲੱਭਾਂਗੇ। ਉਹ ਮਰ ਗਿਆ ਫਿਰ ਹੋਰ ਲੱਭਾਂਗੇ, ਉਹ ਮਰ ਗਿਆ ਫਿਰ ਹੋਰ ਲੱਭਾਂਗੇ। ਉਹ ਕਮਾਈ ਸੀ, ਕਿਸੇ ਬਾਬੇ ਕੋਲ ਚਲੀ ਗਈ, ਕਹਾ ਮੈਨੂੰ ਬਾਬੇ ਨਾਮਦਾਨ ਦੇ ਦੇ। ਉਹ ਕਹਿੰਦਾ ਭਾਈ ਪਹਿਲਾਂ ਲਿਆ ਕਦੇ ਕਿਸੇ ਦਾ ਨਾਮਦਾਨ? ਹਾਂ ਬਾਬਾ ਜਦ ਕਮਾਰੀ ਦੀ, ਕਹਿੰਦੀ ਕੁਮਾਰੀ ਸੀ ਉਦੋਂ ਪੇਕਿਆਂ ਵਾਲਾ ਨਾਮ ਜਪਦੀ ਸੀ, ਉਦੋਂ ਗੁਰੂ ਧਾਰਿਆ ਹੋਇਆ ਸੀ। ਫਿਰ ਕਹਿੰਦੀ ਫਿਰ ਵਿਆਹੀ ਕਿ ਉਹਨਾਂ ਦਾ ਗੁਰੂ ਕੋਈ ਹੋਰ ਥਾ। ਕਹਿੰਦੀ ਫਿਰ ਉਹਨਾਂ ਵਾਲਾ ਧਾਰਨਾ ਪਿਆ। ਕਹਿੰਦੀ ਉਹ ਮਰ ਗਿਆ, ਫਿਰ ਮੇਰੀ ਨੂੰਹ ਆ ਗਈ, ਕਹਿੰਦੀ ਫਿਰ ਉਸ ਵਾਲਾ ਗੁਰੂ ਧਾਰਨਾ ਪਿਆ। ਕਹਿੰਦੇ ਫਿਰ ਉਹ ਵੀ ਮਰ ਗਿਆ। ਕਹਿੰਦਾ ਜਾ ਬੇਬੇ ਹੁਣ ਮੈਨੂੰ ਮਾਰਨਾ ਹੀ ਹੈ। ਐਨੇ ਗੁਰੂ, ਸਾਰੀ ਜ਼ਿੰਦਗੀ ਗੁਰੂਆਂ ਚੇਂਜ ਕਰਦਾ ਰਿਹਾ, ਐਨੇ ਨੂੰ ਤੇਰੇ ਸਵਾਸ ਮੁੱਕ ਗਏ। ਉਹਨੇ ਵੀ ਧੋਖਾ ਦੇਤਾ, ਉਹਨੇ ਵੀ ਧੋਖਾ ਦੇਤਾ, ਉਹਨੇ ਵੀ ਧੋਖਾ ਦੇਤਾ। ਤਾਂ ਹੀ ਕਿਹਾ ਵੀ ਦੂਜਾ ਕਾਹੇ ਸਿਮਰੀਐ ਜੰਮੈ ਦੇ ਰਹੋਗੇ ਗੁਰਤਾ ਗੱਦੀ ਦਿਵਸ। ਕਦੇ ਜੋਤੀ ਜੋਤ ਗੁਰਪੁਰਬ ਨਹੀਂ ਮਨਾ ਸਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਇਹ ਹਾਜ਼ਰ ਨਾਜ਼ਰ ਜੋਤ ਹੈ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਵੀ ਨਮਸਕਾਰ ਕੀਤੀ ਹੈ, ਜਿਹਦੇ ਲੜ ਸਾਨੂੰ ਪਾਤਸ਼ਾਹ ਲਾ ਕੇ ਗਏ ਨੇ। ਹੁਣ ਮੈਂ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਗੱਲ ਕਰਨੀ ਹੈ। ਜਿਵੇਂ ਭਾਈ ਇਹ ਵਰਿੰਦਰ ਸਿੰਘ ਜੀ ਆਪਣੇ ਗ੍ਰਹਿ ਵੇਖੇ ਗੁਰੂ ਜੀ ਦੇ ਚਰਨ ਪਵਾਏ ਨੇ, ਵੀ ਮੈਂ ਮਕਾਨ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਉਸ ਵੇਲੇ ਇੱਕ ਸਿੱਖ ਪਰਿਵਾਰ ਸੀ, ਉਹਨਾਂ ਨੇ ਛੱਪਰੀ ਬਣਾਈ ਨਵੀਂ, ਕਾਨਿਆਂ ਦੀ ਘਾਹ ਦੀ ਜਿਹੜੀ ਦੱਬ ਹੁੰਦੀ ਹੈ, ਵੱਡੀ ਵੱਡੀ ਦੱਬਾਂ ਦੇ ਨਾਲ ਕਾਨਿਆਂ ਦੇ ਘਰ ਪਾਉਂਦੇ ਸੀ ਲੋਕ, ਪਰ ਉਹ ਪੱਕੇ ਸੀ। ਘਰ ਸਿੱਖਾਂ ਦੇ ਉਸ ਵੇਲੇ ਕੱਚੇ ਸੀ, ਸਿੱਖ ਬੜੇ ਪੱਕੇ ਸੀ। ਅੱਜ ਸਾਡੇ ਘਰਾਂ ਤੇ ਪੱਥਰ ਚੜ ਗਿਆ, ਪਰ ਸਿੱਖੀ ਹੈ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਸਾਡੇ ਅੰਦਰੋਂ। ਉਹਨਾਂ ਨੇ ਦਰਖਤਾਂ ਤੇ ਰਹਿ ਕੇ, ਜੰਗਲਾਂ 'ਚ ਰਹਿ ਕੇ, ਭੁੱਖੇ ਤੇ ਆਏ ਰਹਿ ਕੇ ਵੀ ਪਰਵਾਹ ਨਹੀਂ ਕੀਤੀ, ਗੁਰੂ ਦਾ ਲੜ ਨਹੀਂ ਛੱਡਿਆ। ਅੱਜ ਸਾਡੇ ਘਰ ਮਾੜਾ ਜਿਹਾ ਦੁੱਖ ਬਣਦਾ ਹੈ, ਅਸੀਂ 100 ਲਾਂਭੇ ਦੇਣ ਲੱਗ ਜਾਂਦੇ ਰੱਬ ਨੂੰ। ਲੈ ਮੈਂ ਤਾਂ ਤੇਰੇ ਘਰ ਮੈਂ ਝਾੜੂ ਵੀ ਲਾਵਾਂ, ਮੈਂ ਤੇਰੇ ਰੁਮਾਲੇ ਵੀ ਧੋਵਾਂ, ਮੈਂ ਦਰੀਆਂ ਵੀ ਧੋਨੇ ਆ, ਅਸੀਂ ਤਾਂ ਤੇਰੀ ਸੇਵਾ ਵੀ ਕਰਦੇ ਆ, ਮਾਰੇ ਘਰ ਮੈਂ ਫੇਰ ਦੁੱਖ। ਅਸੀਂ ਤਾਂ 100 ਲਾਂਭੇ ਦੇ ਜਾਂਦੇ ਰੱਬ ਨੂੰ ਸਵੇਰੇ ਸਵੇਰੇ ਆ ਕੇ, 100 ਲਾਂਭੇ। ਕਦੇ ਇਹ ਨਹੀਂ ਕਿਹਾ ਵੀ ਗੁਰੂ ਸਾਹਿਬ ਜੀ ਕੋਈ ਗੱਲ ਨਹੀਂ, ਜੇ ਦੁੱਖ ਆ ਗਿਆ ਨਾ ਤੂੰ ਸਾਨੂੰ ਝੱਲਣ ਦੀ ਸਮਰੱਥਾ ਦੇ। ਤੂੰ ਤਾਂ ਵੀ ਕੰਡਿਆਂ ਤੇ ਬੈਠ ਕੇ ਸੁੱਖ ਦੁੱਖਾਂ ਨੂੰ ਝੱਲਣ ਦੀ ਸਮਰੱਥਾ ਰੱਖੀ ਹੈ। ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੋ ਗਏ, ਤੁਸੀਂ ਇੱਕ ਸਕਿੰਟ ਨਹੀਂ ਘਬਰਾਏ ਮਹਾਰਾਜ। ਇਹੋ ਜਿਹਾ ਬਲ ਸਾਡੇ ਅੰਦਰ ਵੀ ਬਖਸ਼ੋ ਜਦੋਂ ਕੋਈ ਦੁੱਖ ਬਣਦਾ ਐਸਾ। ਇਹ ਅਰਦਾਸ ਕੋਈ ਵਿਰਲਾ ਕਰਦਾ ਹੈ, ਨਹੀਂ ਤਾਂ ਲੰਬੇ ਦੇਣ ਵਾਲੇ ਅਸੀਂ ਤਾਂ। ਸਾਨੂੰ ਤਾਂ ਆਪਣੀ ਕੀਤੀ ਹੋਈ ਅਰਦਾਸ ਤੇ ਭਰੋਸਾ ਨਹੀਂ। ਅਰਦਾਸ 'ਚ ਖੜਾ ਖੜਾ ਵੀ ਸੋਚੀ ਜਾਂਦਾ ਖਨੀ ਕੰਮ ਬਣੇਗਾ ਖਨੀ ਨਹੀਂ, ਭਰੋਸਾ ਹੀ ਨਹੀਂ ਹੈ, ਵਿਸ਼ਵਾਸ। ਸੁਣਿਓ ਬਈ, ਧੰਨ ਗੁਰੂ ਨਾਨਕ ਮਹਾਰਾਜ ਜੀ, ਭਾਈ ਮਰਦਾਨਾ, ਭਾਈ ਬਾਲਾ ਜੀ ਲਾਹੌਰ ਦੀ ਧਰਤੀ ਤੇ ਸਤਿਗੁਰੂ ਬੈਠੇ ਨੇ, ਚੌਂਕੜਾ ਮਾਰ ਕੇ ਮਰਦਾਨਾ ਰਬਾਬ ਵਜਾ ਰਿਹਾ ਹੈ, ਗੁਰੂ ਨਾਨਕ ਮਹਾਰਾਜ ਜੀ ਬਾਣੀ ਗਾ ਰਹੇ ਨੇ, ਬੇਅੰਤ ਸੰਗਤਾਂ ਗੁਰੂ ਜੀ ਦਾ ਹਰੀ ਜਸ ਕੀਰਤਨ ਆਨੰਦ ਮਾਣ ਰਹੀਆਂ ਨੇ। ਇੱਕ ਗਰੀਬ ਪਰਿਵਾਰ ਆਇਆ, ਘਾਹੀ ਸਿੱਖ, ਵੀ ਭਾਵ ਘਾਹ ਖੋਤ ਕੇ ਗੁਜ਼ਾਰਾ ਕਰਨ ਵਾਲੇ, ਦਿਹਾੜੀ ਜੋਤਾ ਕਰਨ ਵਾਲੇ। ਤਾਂ ਉਹ ਆ ਕੇ ਮਹਾਰਾਜ ਜੀ ਨੂੰ ਪਿਆਰ ਬਹੁਤ ਕਰਦਾ ਸੀ। ਜਦੋਂ ਬੇਅੰਤ ਘਰਾਂ 'ਚ ਮਹਾਰਾਜ ਨੇ ਜਾਣਾ ਤਾਂ ਗੁਰਮੁਖ ਪਿਆਰਿਓ ਨੇ ਆ ਕੇ ਕਿਹਾ, ਆਪਣੇ ਘਰ ਵਾਲੀ ਨਾਲ ਸਲਾਹ ਕਰਦਾ ਹੈ ਵੀ ਸੱਚੇ ਪਾਤਸ਼ਾਹ ਜੂ ਜੇ ਆਪਾਂ ਆਪਣੇ ਘਰ ਬੁਲਾਈਏ, ਵੀ ਜੇ ਮਹਾਰਾਜ ਜੀ ਦੇ ਚਰਨ ਆਪਣੇ ਘਰ ਵੀ ਪੈ ਜਾਣ। ਹੁਣ ਘਰ ਵਾਲਾ ਕਹਿੰਦਾ ਭਾਗਵਾਨੇ ਆਪਾਂ ਗਰੀਬ ਬੰਦੇ ਆ, ਆਪਣੇ ਛੱਪਰੀਏ ਥਾਂ ਵੀ ਥੋੜੀ ਹੈ, ਫਿਰ ਆਪਣੇ ਕੋਲ ਹੈ ਵੀ ਕੁਛ ਨਹੀਂ। ਜੇ ਗੁਰੂ ਜੀ ਆਣਗੇ ਸੰਗਤ ਵੀ ਆਵੇਗੀ, ਲੰਗਰ ਕਿੱਥੋਂ ਛਕਾਵਾਂਗੇ? ਲੰਗਰ ਪ੍ਰਸ਼ਾਦਾ ਕਿੱਥੋਂ ਛਕਾਵਾਂਗੇ? ਆਪਣੇ ਘਰ ਤਾਂ ਹੈ ਕੁਛ ਨਹੀਂ। ਤੂੰ ਰਹਿਣ ਦੇ, ਆਪਾਂ ਚਰਨ ਨਹੀਂ ਪਵਾ ਸਕਦੇ, ਆਪਣੀ ਉੱਥੇ ਤੱਕ ਹੈਸੀਅਤ ਨਹੀਂ ਹੈ ਪਵਾਉਣ ਦੀ ਚਰਨ। ਇੱਧਰ ਘਟ ਕੇ ਅੰਤਰ ਕੀ ਜਾਂਤ ਵਾਲੇ ਉਹਨਾਂ ਦੀ ਸ਼ਰਨ 'ਚ ਬੈਠੇ ਨੇ। ਫਿਰ ਮਨ ਜਾ ਡੋਲ ਗਿਆ ਵੀ ਕਿੱਥੋਂ ਲਿਆਵਾਂਗੇ ਪੈਸੇ। ਇਹੀ ਹੁੰਦਾ ਵੀ ਕਿੱਥੋਂ ਮਾਇਆ ਲਿਆਵਾਂਗੇ। ਪਰ ਮੈਂ ਕਈ ਗੁਰਸਿੱਖ ਐਸੇ ਦੇਖੇ ਨੇ
कोई ब्याह कारज शुरू करते हैं गुरु जी नूं विच लैके ਉਹ ਕਹਿਣਗੇ ਲੈ ਪੱਲੇ ਕੁਝ ਵੀ ਨਹੀਂ ਸੀ ਗੁਰੂ ਨੇ ਫੇਰ ਵੀ ਕਾਰਜ ਕਰਾ ਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪਾਂ ਨੂੰ ਆਪਣੇ ਬੱਚਿਆਂ ਦਾ ਫਿਕਰ ਹੈ ਪਿਆਰਿਓ, ਆਪਣੇ ਘਰ ਘਰ ਦਾ ਫਿਕਰ ਹੈ। ਜਿਹੜਾ ਉਹ ਪਰਮੇਸ਼ਰ ਹੈ ਨਾ ਪਰਮੇਸ਼ਰ, ਉਹਨੂੰ ਪੂਰੇ ਸੰਸਾਰ ਦਾ ਫਿਕਰ ਹੈ। ਸਾਰੇ ਗੁਰਮੁਖ ਪਿਆਰੇ ਮਨੁੱਖਤਾ ਦਾ ਫਿਕਰ ਹੈ ਉਸਨੂੰ ਜਿਹਨੇ ਸ੍ਰਿਸ਼ਟੀ ਸਾਜੀ ਹੈ। ਤਾਂ ਹੋਇਆ ਕੀ ਦੋਵੇਂ ਜੀ ਫੇਰ ਜਾ ਕੇ ਮਾਨਾ ਖੜੇ ਬੀਬੀ ਦਾ, ਕਹਿੰਦੀ ਨਾ ਮਹਾਰਾਜ ਜੀ ਦੇ ਚਰਨ ਪਵਾਣੇ ਨੇ। ਕਿਵੇਂ ਪਵਾਈਏ? 1.5 ਸਾਲ ਦਾ ਬੱਚਾ ਗੋਦੀ ਚੱਕਿਆ ਹੋਇਆ। ਫਿਰ ਮਨ ਜਾ ਬਣਾਏ ਲਿਆ, ਦੋਵੇਂ ਜੀਆਂ ਨੇ ਵੀ ਦੇਖੀ ਜਾਏਗੀ ਜੋ ਹੋਏਗਾ। ਜਾ ਕੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਦੀ, ਹੱਥ ਜੋੜ ਲੈ। ਇੱਧਰ ਮਾਈ ਕੋਈ ਉਹਲੇ 'ਚ ਬੈਠੀ ਹੈ, ਜਿਹੜੀ ਦੀਵਾਨ ਲਾਈ ਬੈਠੀ ਹੈ ਮੇਰੇ ਤੋਂ ਬਿਨਾ। ਬਹਿ ਜਾਓ ਪਿਆਰ ਨਾਲ ਬਹਿ ਜਾਓ। ਮੇਰਾ ਸੁਭਾਅ ਵੀ ਮੈਂ ਜਦੋਂ ਬੋਲਦਾ ਹੋਵਾਂ ਪ੍ਰਚਾਰ, ਮੈਂ ਬੋਲਣ ਨਹੀਂ ਦਿੰਦਾ ਕਿਸੇ ਨੂੰ ਸ਼ੀਸ਼ੇ ਦੀ। ਕਿਉਂ ਜਦੋਂ ਗੁਰੂ ਸਾਹਿਬ ਦਾ ਇੱਥੇ ਜਸ ਚੱਲਦਾ ਹੋਵੇ ਨਾ, ਉਹਦੇ ਵਿੱਚ ਕੋਈ ਗੱਲਾਂ ਨਹੀਂ ਕਰੇ, ਆਨੰਦ ਜਾਂ ਨਹੀਂ ਬਣਦਾ। ਫਿਰ ਤੁਹਾਨੂੰ ਅੱਜ ਰਾਤ ਰੱਖਾਂਗੇ, ਲਾਡੀ ਭਾਈ ਇਹਨਾਂ ਦਾ ਇੰਤਜ਼ਾਮ ਕਰਦੀ ਮਾਈਆਂ ਦਾ ਉੱਪਰ ਪੈਣ ਪੂਣ ਦਾ। ਆਪਣੀ ਪੜਾਸਾਂ ਕੱਢ ਕੇ ਜਾਇਓ ਨਾ ਛੇਤੀ ਇੱਥੋਂ 2 ਦਿਨ। ਜਿਹੜਾ ਅੰਦਰ ਗੋਲੇ ਜੇ ਬਣੇ ਵੇ ਨਾ ਹਿੱਲਰਿਆਂ, ਇਹ ਸਭ ਕੱਢ ਕੇ ਜਾਇਓ ਵੀ ਫਲਾਣੀ ਗੱਲ ਰਹਿ ਗਈ, ਢਿਮਕੀ ਰਹਿ ਗਈ, ਪੂਰਾ ਨਿਬੇੜ ਕੇ ਜਾਇਓ। ਪਰ ਮੈਨੂੰ ਅੱਧਾ ਘੰਟਾ ਹੋਰ ਦੇ ਦਿਓ, ਹੱਥ ਜੋੜ ਕੇ ਬੇਨਤੀ ਹੈ। ਮੈਂ ਵੀ ਸੱਦੇ ਤੋਂ ਹੀ ਆਇਆ ਤੁਹਾਡੇ ਦਰਸ਼ਨ ਕਰਨ ਵਾਸਤੇ, ਗੁਰੂ ਨਾਨਕ ਦੇ ਘਰ ਦੀ ਗੱਲ ਕਰਨ ਵਾਸਤੇ। ਥੋੜਾ ਜਿਹਾ ਧਿਆਨ ਦਿਓ, ਪਤਾ ਵੀ ਨਹੀਂ ਲੱਗਣਾ ਟਾਈਮ ਦਾ ਵੀ ਟਾਈਮ ਕਿੰਨਾ ਹੋ ਗਿਆ। ਜਦੋਂ ਮਨ ਨਾਲ ਨਾ ਜੁੜੇ ਉਦੋਂ ਟਾਈਮ ਦਿਖੀ ਜਾਂਦਾ ਵੀ ਹਾਏ ਇੰਨਾ ਟਾਈਮ। ਜਦੋਂ ਮਨ ਜੁੜ ਗਿਆ ਫਿਰ ਟਾਈਮ ਦਾ ਵੀ ਪਤਾ ਨਹੀਂ ਲੱਗਦਾ, ਸਮੇਂ ਦਾ। ਜਦੋਂ ਮਨ ਜੁੜ ਗਿਆ, ਇਸੇ ਨੂੰ ਇਕਾਗਰਤਾ ਕਹਿੰਦੇ ਨੇ। ਤੁਸੀਂ ਸੁਖਮਨੀ ਸਾਹਿਬ ਸੁਣੀ ਹੋਣੀ ਕਈਆਂ ਨੇ, ਮਹਾਰਾਜ ਨੇ ਬਚਨ ਕੀਤਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜਦੋਂ ਗੁਰੂ ਦੀ ਗੱਲ ਹੋਵੇ ਉਦੋਂ ਐ ਧਿਆਨ ਜੋੜ ਕੇ ਇਕਾਗਰ ਚਿੱਤ ਹੋ ਕੇ ਲਿਆਓ ਆਪਣੇ ਮਨਾਂ 'ਚ ਗੁਰੂ ਨਾਨਕ ਮਹਾਰਾਜ ਜੀ ਦੀ ਮੂਰਤ। ਤਾਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਨੂੰ ਦੋਵੇਂ ਜੀ ਹੱਥ ਗੋਦੀ, ਬੱਚਾ ਚੱਕਿਆ ਹੋਇਆ 1.5 ਸਾਲ ਦਾ। ਤਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਇਆ ਅਰਦਾਸ ਕੀਤੀ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨਾਂ 'ਚ ਬੇਨਤੀ ਕਰਨ ਆਏ ਆ ਜੀ। ਮਹਾਰਾਜ ਕਹਿੰਦੇ ਦੱਸੋ ਪਾਤਸ਼ਾਹ ਜੀ ਕਿਰਪਾ ਕਰ ਦਿਓ। ਮੈਂ ਇੱਕ ਅਰਦਾਸ ਹੈ, ਆਇਓ ਪਾਤਸ਼ਾਹ ਜੀ ਕਦੇ ਘਰ ਜੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਜੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਆਇਓ ਪਾਤਸ਼ਾਹ ਮਨ ਲੋਟੇ ਕੀਆ ਦਰਸ਼ਨ ਜੀ, ਮਨ ਲੋਟੇ ਕੀਆ ਦਰਸ਼ਨ ਜੀ। ਆਇਓ ਪਾਤਸ਼ਾਹ ਜੀ ਕਦੇ ਘਰ ਜੀ ਗਰੀਬ। ਆਇਓ ਪਾਤਸ਼ਾਹ ਘਰ ਜੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ। ਬੋਲੋ ਭੈਣੋ, ਆਇਓ ਪਾਤਸ਼ਾਹ ਜੀ ਘਰ ਵੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਇਹੋ ਅਰਦਾਸ ਹਮਾਰੀ, ਇਹੋ ਅਰਦਾਸ ਹਮਾਰੀ। ਹੋਰ ਦਾਸ ਹਮਾਰੀ, ਹੋਰ ਦਾਸ ਹਮਾਰੀ। ਹੋਰ ਦਾਸ ਹਮਾਰੀ, ਹੋਰ ਦਾਸ ਹਮਾਰੀ। ਇਹੋ
ਸਾਜੀ ਕਦੋਂ ਘਰ ਦੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ। ਇਹ ਅਰਦਾਸ ਦੋਵੇਂ ਜੀਆਂ ਨੇ ਧੰਨ ਗੁਰੂ ਨਾਨਕ ਮਹਾਰਾਜ ਨੂੰ ਕੀਤੀ ਅਰਦਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਹਿਣ ਲੱਗੇ ਕੋਈ ਨਹੀਂ ਮਹਾਰਾਜ ਫਿਰ ਸਮਾਂ ਕਹਿੰਦੇ ਫਲਾਣੇ ਦਿਨ ਤੇਰੇ ਘਰ ਆਵਾਂਗੇ। ਲੈ ਚਾਅ ਚੜ ਗਿਆ ਦੋਵੇਂ ਜੀਆਂ ਨੂੰ। ਲੈ ਜਿਹਨੂੰ ਹੁਣ ਐਡਾ ਸਤਿਗੁਰੂ ਸਮਾਂ ਦੇ ਜਿਹਨੇ ਕਦੇ ਗਰੀਬੀ 'ਚ ਦੇਖਿਆ ਨਹੀਂ ਆਨੰਦ ਕਦੇ। ਮੈਂ ਨਾ ਬਹੁਤਾ ਸਮਾਂ ਵੇਖਿਆ, ਭਾਵਨਾ ਦੀ ਗੱਲ ਕਰ ਰਿਹਾ, ਸ਼ਰਧਾ ਦੀ ਗੱਲ। ਉਹਨਾਂ ਦੇ ਚਾਅ ਹੀ ਵੱਖਰੇ ਹੋ ਜਾਂਦੇ ਨੇ ਜਿੱਦਣ ਜਿਨ੍ਹਾਂ ਨੂੰ ਚਾਅ ਹੁੰਦਾ ਮਹਾਰਾਜ ਦੇ ਆਉਣ ਦਾ। ਆਨੰਦ ਹੀ ਵੱਖਰਾ, ਖੁਸ਼ੀ। ਤਾਂ ਗੁਰਮੁਖ ਪਿਆਰੇ ਹੋਇਆ ਕਿ ਦੋਵੇਂ ਜੀ ਟਾਈਮ ਲੈ ਕੇ ਚਲੇ ਗਏ। ਜਿੰਨੀ ਛੱਪਰੀ ਸੀ ਸਾਰੀ ਫੇਰ ਸਾਫ਼ ਲੱਗੇ ਕਰਨ, ਸਾਰਾ ਸਮਾਨ ਬਾਹਰ ਕੱਢਤਾ, ਪੂਰੀ ਆਪਣੇ ਵੱਲੋਂ ਤਿਆਰੀ ਕਰ ਲਈ। ਦਿਨ ਆ ਗਏ ਨੇੜੇ। ਜਿਹੜੇ ਸੇਠ ਕੋਲ ਨੌਕਰੀ ਕਰਦੇ ਸੀ, ਧਿਆਨ ਨਾਲ ਸੁਣਿਓ, ਜਿਹੜੇ ਸੇਠ ਕੋਲ ਨੌਕਰੀ ਕਰਦੇ ਸੀ ਨਾ ਉਹਦੇ ਨਾਲ ਗੱਲ ਕੀਤੀ ਤਾਂ ਸੇਠ ਦਾ ਪਹਿਲਾਂ ਮਨਾ ਕਰੀ ਗਿਆ ਵੀ ਨਾ ਬਈ ਮਾਇਆ ਨਹੀਂ ਮਿਲਣੀ, ਪਹਿਲਾਂ ਤੇਰਾ ਕਰਜ਼ਾ ਮੇਰੇ ਬਹੁਤ ਚੜਿਆ ਪਿਆ, ਇਹ ਕਦੋਂ ਤਾਰੇਗਾ? ਹੁਣ ਤੱਕ ਤੇਰਾ ਧਾਰ ਸੁਧਾਰ ਇਸੇ ਤਰ੍ਹਾਂ ਚੱਲ ਰਿਹਾ, ਕੋਈ ਨਹੀਂ ਬਈ ਪਾਣੀ ਬਾਅਦ ਚ ਪਿਲਾਇਓ। ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਘਰ ਆਣਾ ਹੈ, ਮਹਾਰਾਜ ਨੇ ਕਿਰਪਾ ਕਰਨੀ ਹੈ, ਬਖਸ਼ਿਸ਼ ਕਰਨੀ ਹੈ, ਚਰਨ ਪਰਸਣੇ ਨੇ ਚਰਨ। ਤਾਂ ਸਤਿਗੁਰ ਕਿਰਪਾ ਕਰਨ ਮਹਾਰਾਜ, ਤਾਂ ਤੁਸੀਂ ਸਾਨੂੰ ਇੱਕ ਦਿਨ ਦੀ ਰਸਤ ਦੇ ਦਿਓ ਵੀ ਇੰਨੇ ਬੰਦਿਆਂ ਨੇ ਆਣਾ ਹੈ। ਕਹਿੰਦੇ ਜੀ 7 ਵਚਨ। ਤੇ ਭਾਈ ਤੇਰਾ ਤਾਂ ਕਰਜ਼ਾ ਪਹਿਲਾਂ ਹੀ ਬਹੁਤ ਚੜਿਆ ਪਿਆ, ਕਿੱਥੋਂ ਤਾਰੇਗਾ? ਕਹਿੰਦਾ ਜੀ ਮੈਂ ਸਾਰਾ ਕਰਜ਼ਾ ਲਾ ਦਾਂਗਾ, ਤਾਂ ਤੁਸੀਂ ਕਿਰਪਾ ਕਰਕੇ ਸਾਨੂੰ ਇੱਕ ਦਿਨ ਦਾ ਰਾਸ਼ਨ ਦੇ ਦਿਓ। ਕਹਿੰਦਾ ਐਵੇਂ ਗੱਲ ਨਹੀਂ ਬਣਨੀ, ਜੇ ਤਾਂ ਕੁਛ ਧਰ ਮੇਰੇ ਕੋਲ ਗਹਿਣੇ ਧਰ, ਕੋਈ ਤੇਰੇ ਕੋਲ ਸਮਾਨ ਹੈ, ਜ਼ਮੀਨ ਹੈ, ਕੁਛ ਰੱਖ ਦੇ ਸਹੀ ਮੇਰੇ ਕੋਲ ਗਿਰਵੀ। ਐ ਕਿਵੇਂ ਦੇਦਾ? ਕੱਲ ਨੂੰ ਤੂੰ ਮਰ ਗਿਆ ਤੇ ਕੌਣ ਜ਼ਿੰਮੇਵਾਰ ਹੈ? ਨਹੀਂ ਜੀ ਮੈਂ ਦੇ ਦਿਆਂਗਾ। ਕਹਿੰਦੇ ਐਵੇਂ ਨਹੀਂ ਗੱਲ ਬਣਨੀ। ਖਾਲੀ ਕਾਗਜ਼ ਉਸ ਵੇਲੇ ਦਾ ਉਹਦੇ ਉੱਪਰ ਗੁੱਠਾ ਲਵਾ ਲਿਆ, ਉਹਦੇ ਉੱਤੇ ਕੀ ਲਿਖਿਆ ਵੀ ਸਾਰੀ ਜ਼ਿੰਦਗੀ ਤੂੰ ਮੇਰੇ ਕੋਲ ਹੀ ਕੰਮ ਕਰੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਤੇਰਾ ਕਰਜ਼ਾ ਲੈਣਾ ਦੇਖ ਲੈ ਦੇ ਦੇਣਾ। ਕਹਿੰਦਾ ਮਨਜ਼ੂਰ ਆ, ਚਲੇ ਵੀ ਮਨਜ਼ੂਰ ਆ, ਤੂੰ ਸੌਦਾ ਦੇ ਦੇ ਇੱਕ ਦਿਨ ਦਾ। ਚਲੋ ਰਸਤ ਲਿਆ ਕਰਕੇ ਰਸਤ ਚਾਹ ਚੜ ਗਿਆ ਵੀ ਸਤਿਗੁਰੂ ਜੀ ਦੇ ਆਉਣ ਦਾ ਦਿਨ ਇੱਕ ਦਿਨ ਪਹਿਲਾਂ ਆ ਗਏ। ਸੱਚੇ ਪਾਤਸ਼ਾਹ ਜਿਹੜਾ ਸਮਾਂ ਨਿੱਤਿਆ ਸੀ, ਸਾਰੀਆਂ ਤਿਆਰੀਆਂ ਹੋ ਗਈਆਂ, ਉਸੇ ਦਿਨ ਤਿਆਰੀ ਹੋ ਗਈ। ਧੰਨ ਗੁਰੂ ਨਾਨਕ ਮਹਾਰਾਜ ਜੀ ਸੱਚੇ ਪਾਤਸ਼ਾਹ ਆਏ। ਬੇਅੰਤ ਸੰਗਤਾਂ ਮਹਾਰਾਜ ਦੇ ਨਾਲ ਨੇ ਲਾਹੌਰ ਦੀ ਧਰਤੀ ਤੇ। ਜਦੋਂ ਸੱਚੇ ਪਾਤਸ਼ਾਹ ਜੀ ਆਏ, ਇਹਦੀ ਅੱਖਾਂ 'ਚ ਬਰਾਗ ਦੇ ਹੰਝੂ ਆ ਗਏ, ਪ੍ਰੇਮ ਭਾਵਨਾ। ਵੀ ਕਦੇ ਸੋਚਿਆ ਨਹੀਂ ਸੀ ਵੀ ਐਵੇਂ ਵੀ ਗੁਰੂ ਸਾਹਿਬ ਆ ਜਾਂਦੇ ਨੇ ਛੱਪਰੀਆਂ 'ਚ। ਆਂਦੇ ਨੇ, ਕੋਈ ਬੁਲਾਉਣ ਵਾਲਾ ਚਾਹੀਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਇੱਥੇ ਨਿੰਦਿਆ ਨਹੀਂ ਕਿਸੇ ਦੀ ਕਰ ਰਿਹਾ, ਵਿੱਚ ਬੀਬੀਆਂ ਭੈਣਾਂ ਬੈਠੇ ਜਿਹੜੇ ਤੁਸੀਂ ਦੁਨਿਆਵਿਕ ਗੁਰੂ ਧਾਰੇ ਹੋਏ ਨੇ। ਆਇਆ ਕਦੇ ਤੁਹਾਡੇ ਘਰ ਤੁਹਾਡੇ ਦੁੱਖ ਤੇ ਤੁਹਾਡੇ ਸੁੱਖ ਤੇ ਵੀ ਚਲੋ ਮੇਰਾ ਫਲਾਣਾ ਪ੍ਰੇਮੀ ਹੈ, ਮੇਰਾ ਫਲਾਣਾ ਪਿਆਰ ਕਰਨ ਵਾਲਾ ਹੈ, ਮੈਨੂੰ ਫਰੇਣਾ ਪ੍ਰੇਮੀ ਹੁੰਦਾ ਹੈ ਵੀ ਚਲੋ ਮੈਂ ਆਪਣੇ ਸੇਵਕ ਦੇ ਘਰ ਜਾਇਆ ਮੈਂ ਵੀ ਇੰਨਾ ਦੁੱਖ ਬਣ ਗਿਆ। ਹੁਣ ਤਾਂ ਤੇਰਾ ਨਾਮ ਹੀ ਨਹੀਂ ਪਤਾ, ਜਿਨ੍ਹਾਂ ਨੂੰ ਤੁਸੀਂ ਗੁਰੂ ਧਾਰੀ ਬੈਠੇ ਹੋ। ਤੇ ਇੱਧਰ ਆ ਜਾਓ, ਭਾਵੇਂ ਕੋਈ ਛੱਪਰੀ ਵਾਲਾ ਵੀ ਲੈ ਜੇ ਨਾ ਮੰਗ ਕੇ, ਗੁਰੂ ਦਾ ਸਤਿਕਾਰ ਹੋਵੇ, ਪਰ ਉੱਥੇ ਮਹਾਰਾਜ ਉੱਥੇ ਜਾਣ ਨੂੰ ਵੀ ਤਿਆਰ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਢੇਂਡਸਾ ਜਿਹੜੇ ਬਿਹਾਰ ਤੋਂ ਆਪਾਂ ਬਈਏ ਕਹਿੰਦੇ ਨੇ ਜਿਨ੍ਹਾਂ ਨੂੰ, ਮੈਂ ਉਹਨਾਂ ਦੇ ਘਰਾਂ ਵੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਕਰਵਾਏ ਨੇ ਉਹਨਾਂ ਨੇ। ਗੱਲ ਤਾਂ ਪ੍ਰੇਰਨ ਦੀ ਹੁੰਦੀ ਹੈ। ਪਹਿਲਾਂ ਉਹ 3 ਸਾਲ ਤੋਂ ਸਾਨੂੰ ਸੁਣਦੇ ਰਹੇ, 5 ਸਾਲ ਤੋਂ ਸੁਣਦੇ ਭਾਵਨਾ ਜਾਗੀ ਉਹਨਾਂ ਦੇ ਘਰੇ, ਸੁਖਮਨੀ ਸਾਹਿਬ ਦਾ ਪਾਠ ਕਰਾਇਆ। ਔਰ ਇੰਨੀ ਭਾਵਨਾ ਉਹਨਾਂ ਦੇ ਅੰਦਰ, ਮੈਂ ਕਦੇ ਸਤਿਕਾਰ ਨਹੀਂ ਵੇਖਿਆ ਜਿੰਨਾ ਉਹਨਾਂ ਨੇ ਸਤਿਕਾਰ। ਹਰ ਹੱਥ ਨਹੀਂ ਛੱਡੇ ਉਹਨਾਂ ਨੇ ਹਰ ਵੇਲੇ, ਵੀ ਐਡੇ ਭਾਵ ਅੰਦਰ। ਭਾਈ ਭਾਵਨਾ ਦੀ ਗੱਲ ਹੈ, ਕੋਈ ਲਿਜਾਣ ਵਾਲਾ ਚਾਹੀਦਾ ਹੈ।
ਤਾਂ ਮਹਾਰਾਜ ਸੱਚੇ ਪਾਤਸ਼ਾਹ ਆਏ ਬਰਾਗ ਦੇ ਹੰਝੂ। ਆਹਾ ਸੰਗਤਾਂ ਸ਼ਬਦ ਪੜ ਰਹੀਆਂ ਨੇ, ਸੱਤ ਕਰਤਾਰ ਦੇ ਹੋਕੇ ਵੱਜ ਰਹੇ ਨੇ, ਧੰਨ ਗੁਰੂ ਨਾਨਕ ਮਹਾਰਾਜ ਜੀ ਆ ਰਹੇ ਨੇ। ਇਹਨੇ ਫੁੱਲਾਂ ਦਾ ਹਾਰ ਸਤਿਗੁਰੂ ਜੀ ਦੇ ਚਰਨਾਂ 'ਚ ਭੇਟਾ ਕੀਤਾ ਮਹਾਰਾਜ ਜੀ ਦੇ। ਹੇ ਮਹਾਰਾਜ ਤੁਸੀਂ ਚਰਨ ਪਾਏ ਨੇ, ਫਿਰ ਕੀ ਕਹੀਏ। ਐਸੇ ਆ ਗੁਰਾਂ ਤੋਂ ਜੀ ਮੈਂ ਬਾਲੋ ਬਾਲੋ ਜਾਵਾਂ, ਐਸੇ ਆ ਗੁਰਾਂ ਤੋਂ ਮੈਂ ਬਾਲੋ ਬਾਲੋ ਜਾਵਾਂ, ਐਸੇ ਆ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਐਸੇ ਆ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਐਸੇ ਆ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਐਸੇ ਆ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਜੀ ਮੈਂ ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ। ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ 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 ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ ਜੀ ਮੈਂ ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ। ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ ਜੀ ਮੈਂ ਬਲ ਬਲ ਜਾਵਾਂ, ਬਲ ਬਲ ਜਾਵਾਂ ਜੀ ਮੈਂ ਬਲ ਬਲ ਜਾਵਾਂ, ਬਲ ਬਲ ਜਾਵਾਂ ਜੀ ਮੈਂ ਬਲ ਬਲ ਜਾਵਾਂ। ਹਾਂਜੀ ਬਲਿਹਾਰੀ ਗੁਰ ਆਪਣੇ ਉਹ ਜੋ ਹਰੀ ਤਲਵਾਰ ਮਾਨ ਤੇ ਦੇਵ ਤੇ ਕੀਏ, ਹੱਥ ਨਾ ਲੱਗੀ ਮਾਰ, ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਤਾਰ ਹੈ। ਐਸੇ ਗੁਰੂ ਤੋਂ ਬਲਿਹਾਰੇ ਜਾਈਏ। ਰੋਣ ਲੱਗ ਪਏ ਦੋਵੇਂ ਜੀ ਬਰਾਗ ਦੇ ਪ੍ਰੇਮ ਦੇ ਹੰਝੂ। ਹੱਥਾਂ ਨਾਲ ਗੋਦੜੀ ਬੁਣੀ ਭੈਣ ਨੇ, ਬੀਬੀ ਨੇ ਧਰਤੀ ਤੇ ਵਿਛਾਤੀ। ਮਹਾਰਾਜ ਇੱਥੇ ਬੈਠੋ। ਸੱਚੇ ਪਾਤਸ਼ਾਹ ਨੇ ਅਰਦਾਸ ਕੀਤੀ ਲੰਗਰ ਦੀ। ਸਾਰੀ ਸੰਗਤ ਲੰਗਰ ਛਕ ਰਹੀ ਹੈ। ਲੰਗਰ ਛਕ ਰਹੇ ਨੇ। ਛਕਦੇ 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 ਆਪ ਪੱਖੀ ਲੈ ਕੇ ਕੋਲ ਬਹਿ ਗਿਆ। ਉਹ ਵੇਲੇ ਦਾ ਪੱਖਾ ਹੁੰਦਾ ਹੱਥਾਂ ਝੋਲਣ ਵਾਲਾ, ਪੱਖੀ ਲੈ ਕੇ ਮਹਾਰਾਜ ਦੇ ਚਰਨਾਂ 'ਚ ਬੈਠ ਗਿਆ। ਇੰਨਾ ਪ੍ਰੇਮ, ਇੰਨੀ ਭਾਵਨਾ, ਝੋਲਦੇ ਝੋਲਦੇ ਪੱਖੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਛਕ ਲਿਆ ਨਾ, ਸੁਣਿਓ ਬਈ, ਲੰਗਰ ਛਕਦੇ ਮਹਾਰਾਜ ਬੇਨਤੀ ਲੱਗੇ ਕਰਨ। ਲੰਗਰ ਪਾਣੀ ਦੀ ਅਰਦਾਸ ਦੀ ਸਮਾਪਤੀ ਹੋਈ। ਮਹਾਰਾਜ ਲੱਗੇ ਜਾਣ। ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਜੀ ਮਨ ਵਿੱਚ ਇੱਕ ਭਾਵਨਾ ਹੋਰ ਹੈ। ਮਹਾਰਾਜ ਕਹਿੰਦੇ, ਦੱਸ ਕੀ ਹੈ? ਕਹਿੰਦਾ, ਜਿਵੇਂ ਅੱਜ ਆਏ ਹੋ ਕੱਲ ਨੂੰ ਫੇਰ ਇਸੇ ਤਰ੍ਹਾਂ ਲੰਗਰ ਛਕ ਜਾਓ ਮੇਰੇ ਘਰ। ਪ੍ਰੇਮ ਹੈ। ਲਗਨ ਲੱਗ ਗਈ। ਜਦੋਂ ਲਗਨ ਲੱਗਦੀ ਹੈ, ਰੰਗ ਚੜਦਾ ਚੜ ਜਾਂਦਾ ਹੈ। ਰੰਗ ਪ੍ਰੇਮ ਦਾ, ਨਾਮ ਦਾ, ਸਿਮਰਨ ਦਾ, ਭਾਵਨਾ ਦਾ। ਐ ਬੈਠਾ ਹੀ ਅਰਦਾਸ ਕਰ ਰਿਹਾ ਹੈ। ਕੁਛ ਨਹੀਂ, ਜਿੰਨਾ ਲਿਆਇਆ ਸੀ ਪਕਾ ਕੇ ਖਿਲਾਤਾ, ਸੰਗਤ ਨੂੰ ਛਕਾਤਾ। ਮਹਾਰਾਜ ਲੱਗੇ ਤੁਰਨ। ਕਹਿੰਦੇ, ਠੀਕ ਹੈ ਬਈ। ਕਹਿੰਦਾ, ਮਹਾਰਾਜ ਜੀ ਜੇ ਕੱਲ ਨੂੰ ਫੇਰ ਇਸੇ ਤਰ੍ਹਾਂ ਮੇਰੇ ਘਰ ਲੰਗਰ ਛਕ ਜਾਓ। ਮਹਾਰਾਜ ਕਹਿੰਦੇ, ਕੋਈ ਨਹੀਂ, ਕੱਲ ਨੂੰ ਫੇਰ ਛਕ ਜਾਾਂਗੇ। ਫੇਰ ਕੀ ਗੱਲ ਹੈ? ਤੂੰ ਛਕਾਣ ਵਾਲਾ ਬਣ, ਛਕ ਜਾਾਂਗੇ। ਕਹਿੰਦਾ, ਫਿਰ ਕੱਲ ਨੂੰ ਫੇਰ ਆਇਓ ਮਹਾਰਾਜ। ਮਹਾਰਾਜ ਕਹਿੰਦੇ, ਠੀਕ ਹੈ, ਕੱਲ ਨੂੰ ਆਵਾਂਗੇ ਦੁਬਾਰੇ ਫੇਰ ਬਈ ਇਹਨਾਂ ਦੇ ਘਰ। ਮਹਾਰਾਜ ਚਲੇ ਗਏ। ਸੇਵਾਦਾਰ ਸੰਗਤਾਂ ਚਲੀਆਂ ਗਈਆਂ। ਦੋਵੇਂ ਜੀ ਫੇਰ ਬੈਠ ਕੇ ਵੀ ਮਹਾਰਾਜ ਤੋਂ ਟਾਈਮ ਲੈ ਲਿਆ, ਪਰ ਹੁਣ ਘਰ 'ਚ ਰਾਸ਼ਨ ਤੇ ਹੈ ਨਹੀਂ। ਰਾਸ਼ਨ ਤੇ ਹੈ ਨਹੀਂ, ਕਿੱਥੋਂ ਲੈ ਕੇ ਆਵਾਂਗੇ? ਤਾਂ ਦੂਜੇ ਦਿਨ ਫੇਰ ਸੇਠ ਕੋਲ ਗਏ। ਸੇਠ ਜੀ ਜੇ ਇੱਕ ਦਿਨ ਦਾ ਹੋਰ ਦੇ ਦਿਓ ਰਸਤ। ਉਹ ਕਹਿੰਦਾ, ਹੁਣ ਨਹੀਂ ਮਿਲਣੀ। ਕੀ ਰੱਖੇਗਾ ਗਿਰਵੀ? ਹੁਣ ਘਰ ਵਾਲੀ ਨੂੰ ਨਾਲ ਲੈ ਗਿਆ। ਕਹਿੰਦਾ, ਜਿੱਥੇ ਪਹਿਲਾਂ ਮੈਂ ਕੰਮ ਕਰਦਾ ਸੀ ਇਕੱਲਾ, ਹੁਣ ਮੇਰੇ ਘਰ ਵਾਲੀ ਵੀ ਸਾਰੀ ਜ਼ਿੰਦਗੀ ਇੱਥੇ ਕੰਮ ਕਰੇਗੀ, ਸਾਰੀ ਜ਼ਿੰਦਗੀ। ਪਰ ਸਾਨੂੰ ਇੱਕ ਦਿਨ ਦੀ ਰਸਤ ਦੇ ਦਿਓ, ਅਸੀਂ ਸੰਗਤ ਦੀ ਸੇਵਾ ਕਰਨੀ ਹੈ।
क्योंकि विच संगत हर प्रभ ਵਸੈ ਜਿਉ वसै जियो। दूजे दिन का राशन फिर मिल गया। फिर उस तरह ही महाराज सच्चे पातशाह धन गुरु नानक महाराज सच्चे पातशाह जी नूं उस तरह तैयारियां अमृत वेले बीबी साजरे उठ जाती है, चुल्हे च अग बाल के दाला धर दिंदी है, आटा गुन लैंदी है। इस तरह रोज हुण वो ते आनंद बन गया। हुण जिहड़ा संगत रूपी आनंद बन जे उत्थे बाहरला आनंद कित्थे चंगा लगदा है। ਜਿਹੋ ਜਿਹਾ ਰੰਗ ਜਿਹੋ ਜਿਹੇ ਨੂੰ ਮਨ ਜੁੜ ਜੇ ਉਧਰ ਨੂੰ ਰੰਗ ਕਈ ਹੁਣ ਜੁੜ ਨਹੀਂ ਜਾਂਦੇ, ਪੱਕੇ ਹੀ ਜੁੜ ਜਾਂਦੇ ਨੇ। ਅਗਲਾ ਕਹਿੰਦਾ ਯਾਰ ਜੁੜਨ ਵਾਲਾ ਬੰਦਾ ਹੈ ਨਹੀਂ ਸੀ, ਪਰ ਜੁੜ ਕਿਵੇਂ ਗਿਆ ਕੋਈ ਪਤਾ ਨਹੀਂ। ਉਹਨੇ ਕਿਹਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਲੈਣੀ ਹੈ ਕੋਈ ਪਤਾ ਨਹੀਂ। ਕੋਈ ਪੂਰਬਲਾ ਕਰਮ ਜਾਗ ਜਾਂਦਾ, ਕੋਈ ਸੁੱਤੀ ਹੋਈ ਕਿਸਮਤ ਜਾਗ ਜਾਂਦੀ ਹੈ। ਜਦੋਂ ਪਰਮੇਸ਼ਰ ਅਕਾਲ ਪੁਰਖ ਰਹਿਮਤ ਕਰੇ, ਬਖਸ਼ਿਸ਼ ਕਰੇ ਸੱਚੇ ਪਾਤਸ਼ਾਹ, ਤਾਂ ਹੋਇਆ ਕਿ दूजे दिन का भी टाइम ले लिया, रस्त भी आ गई, सारिया तैयारियां हो गई। दूजे दिन महाराज फिर आ गए। उस तरह भाई मरदाना भाई बाला सतगुरु सच्चे पातशाह जी के नाल ने। तो महाराज सच्चे पातशाह आके बैठे, उस तरह ही सत्कार किया। सत्कार करके सच्चे पातशाह जी के चरणों च फिर पखी लेके बह गया। महाराज ने लंगर छकिया, महाराज के बर्तन चुके। उस वेले दी पत्तलां हुंदियां सी। महाराज दे वेले सेवादार महाराज वास्ते सब कुछ रखते सी। वड्डे घराने च जन्म होया सच्चे पातशाह जी दा, प्रकाश होया, वाहिगुरू प्रकाश होया महाराज सच्चे पातशाह जी दा। ते महाराज दा बचपन दे विच अपने भांडे गरीबां नूं वंडे हुंदे सी जाके गुरु नानक महाराज सच्चे पातशाह। तां सच्चे पातशाह जदों लंगर लगे छकण तां ओह परिवार फेर कोल बह गया महाराज जी दे। ਜਦੋਂ ਕੋਲ ਬੈਠਾ ਫੇਰ ਪੱਖੀ ਲੱਗੇ ਝੱਲਣ, ਫੇਰ ਅਰਦਾਸ ਕੀਤੀ, ਲੰਗਰ ਪਾਣੀ ਛਕਿਆ। ਲੰਗਰ ਪਾਣੀ ਛਕ ਕਰਕੇ ਫਿਰ ਮਹਾਰਾਜ ਜੀ ਦੇ ਚਰਨਾਂ 'ਚ ਕਹਿੰਦਾ ਮਹਾਰਾਜ ਜੀ ਇੱਕ ਅਰਦਾਸ ਹੋਰ ਕਰਨੀ ਹੈ ਜੀ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਕੱਲ ਨੂੰ ਫੇਰ ਲੰਗਰ ਛਕ ਜਿਓ ਆ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਜੇ ਦਿਨ ਫੇਰ ਸੇਵਾ ਮੰਗ ਲਈ। ਇੱਕ ਦਿਨ ਲੰਘਿਆ, 2 ਦਿਨ ਲੰਘੇ, ਤੀਜੇ ਦਿਨ ਫੇਰ ਸੇਵਾ ਮੰਗ ਲਈ। ਜਦੋਂ ਤੀਜੇ ਦਿਨ ਸੇਵਾ ਮੰਗੀ, ਹੁਣ ਮਹਾਰਾਜ ਵੀ ਫਿਰ ਪਰਖ ਰਹੇ ਸੀ। ਇਹ ਸਿੱਖ ਨਹੀਂ ਕਹਿ ਰਿਹਾ, ਮਹਾਰਾਜ ਪਰਖ ਰਹੇ ਨੇ। ਸੂਈ ਦੀ ਨਕੇਲ ਚ ਇਹਨੂੰ ਕੱਢ ਰਹੇ ਨੇ ਸਿੱਖ ਨੂੰ ਵੀ ਇਹਦੇ ਜਿਹੜੇ ਅੰਦਰਲੇ ਹਾਵ ਭਾਵ ਨੇ, ਜਿਹੜੀ ਅੰਦਰਲੀ ਭਾਵਨਾ ਹੈ, ਇਹਨੂੰ ਕਾਇਮ ਕਰਨਾ ਹੈ। ਲਾ ਲਾ ਕਸਵੱਟੀਆਂ ਪਰਖਦਾ ਏ ਰੱਬ ਪਰਖਦਾ। ਵੀ ਮੈਂ ਉੱਠ ਗਿਆ ਵਾਹਿਗੁਰੂ ਵਾਹਿਗੁਰੂ ਐ ਉੱਚੀ ਜੀ ਕਹਿਣਗੇ ਕਈ, ਵੀ ਇੱਧਰਲੇ ਨੂੰ ਪਤਾ ਲੱਗ ਜੇ ਵੀ ਮੈਂ ਉੱਠ ਗਿਆ 2:30 ਵਜੇ। ਇਹ ਵੀ ਮਾਣ ਹੈ ਥੋੜਾ ਜਿਹਾ ਜਦੋਂ ਨਵਾਂ ਨਵਾਂ ਅਮਰ ਛਕਦੇ ਆ। ਫਿਰ ਉਹ ਮਹੀਨਾ ਕੁ ਰਹਿੰਦਾ ਸਾਡੇ ਅੰਦਰ ਵੀਰ ਰਸ, ਉਹ ਚੱਲੇਗਾ ਤਾਂ ਜੇ ਉਹੀ ਮਰਿਆਦਾ ਚੱਲਦੀ ਰਹੇ ਭਾਵਨਾ। ਅਸੀਂ ਫੇਰ ਦੁਨਿਆਵਕ ਹੋ ਜਾਂਦੇ ਆ। ਦੁਨੀਆ ਵਾਲੀਆਂ ਗੱਲਾਂ, ਦੁਨੀਆ ਵਾਲੇ ਮੱਥੇ, ਦੁਨੀਆ ਵਾਲਾ ਪਖੰਡ ਉਹੀ ਆ ਜਾਂਦਾ। ਨਾਲੇ ਗਤਰਾ ਵੀ ਪਾਇਆ ਹੋਇਆ, ਫਿਰ ਉਸੇ ਦੁਨੀਆ 'ਚ ਰੀਤ ਬਣ ਜਾਂਦਾ। ਮਹੀਨਾ ਕੁ ਤਾਂ ਸੋਹਣਾ ਆਨੰਦ ਜਿਹਾ ਬਣਾ ਕੇ ਰੱਖਦਾ ਸੱਜਰੇ। ਨਵਾਂ ਨਵਾਂ ਅਮਰ ਛਕ ਰਿਹਾ, ਛੇ ਦੀ ਗ੍ਰੰਥੀ ਨੂੰ ਵੀ ਨਹੀਂ ਵਾਰੀ ਆਉਣ ਦਿੰਦਾ। ਬਾਬੇ ਆਪਾਂ ਐਂ ਕਰ ਲਈਏ, ਐਂ ਕਰ ਲਈਏ, ਫਿਰ 6 ਮਹੀਨੇ ਬਾਅਦ ਪਤਾ ਲੱਗਦਾ ਵੀ ਨਹੀਂ ਕੰਮ ਹੋ ਲਿਆ ਡਾਮਾਡੋਲ। ਇਹਨੂੰ ਹਮੇਸ਼ਾ ਕਾਇਮ ਰੱਖੋ ਵੀਰ ਰਸ ਨੂੰ। ਅੰਮ੍ਰਿਤ ਜਦੋਂ ਛਕਦੇ ਆ ਨਾ, ਸਾਡੇ ਅੰਦਰ ਸ਼ਕਤੀ ਪਾਵਰ ਆ ਜਾਂਦੀ ਹੈ ਅੰਦਰ ਹਰ ਚੀਜ਼ ਦੀ। ਉਹਨੂੰ ਸੰਭਾਲਣ ਵਾਸਤੇ ਬਹੁਤ ਸਹਿਜ ਨੂੰ ਰੱਖਣ ਦੀ ਲੋੜ ਪੈਂਦੀ ਹੈ। ਤਾਂ ਗੁਰਮੁਖ ਪਿਆਰਿਓ, ਹੁਣ ਪ੍ਰੇਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵਨਾ ਕੀਤੀ, ਰਹਿਮਤ ਕੀਤੀ। ਕਹਿੰਦੇ ਕੋਈ ਨਹੀਂ, ਤੀਜੇ ਦਿਨ ਵੀ ਆਵਾਂਗੇ। ਗੁਰੂ ਜੀ ਕਰਾ ਰਹੇ ਨੇ ਸਾਰਾ ਕੁਝ ਵੀ ਇਹਨੂੰ ਇਹੋ ਜਿਹਾ ਨਾਮ ਦੇਣਾ ਵੀ ਸਾਰੀ ਦੁਨੀਆ ਤੱਕ ਇਹਦਾ ਨਾਮ ਚੇਤੇ ਰਹੇਗਾ ਦੁਨੀਆ ਲੋਕਾਂ ਨੂੰ। ਵੀ ਕੋਈ ਐਡਾ ਗਰੀਬ ਵੀ ਐਡੀ ਭਾਵਨਾ ਰੱਖਣ ਵਾਲਾ ਹੋਣਾ ਚਾਹੀਦਾ ਹੈ। ਹੁਣ ਤੀਜੇ ਦਿਨ ਮਹਾਰਾਜ ਨੇ ਆਣਾ ਸੀ, 2 ਦਿਨ ਤੇ ਆ ਗਏ। ਜਿੱਦਣ ਤੀਜੇ ਦਿਨ ਆਣਾ ਸੀ ਤਾਂ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਹੁਣ ਰਸਤਾ ਹੈ ਨਹੀਂ ਕੋਈ ਵੀ ਲੰਗਰ ਪ੍ਰਸ਼ਾਦਾ। ਤਾਂ ਹੋਇਆ ਕਿ ਨੇ ਹੱਥ ਲਾਤਾ ਵੀ ਬਾਹਰ ਨਿਕਲ ਜਾਓ। ਹੁਣ 2 ਦਿਨ ਦਾ ਤੁਹਾਨੂੰ ਮੈਂ ਦੇ ਦਿੱਤਾ ਰਾਸ਼ਨ, ਉਹ ਤਾਂ ਦਿੱਤਾ ਤੁਸੀਂ ਜੋ ਕੁਛ ਹੈ ਸੀ ਮੇਰੇ ਕੋਲ ਰੱਖ ਗਏ। ਹੁਣ ਤੁਹਾਡੇ ਪੱਲੇ ਕੁਛ ਨਹੀਂ ਹੈ, ਮੈਂ ਤੁਹਾਨੂੰ ਕੁਛ ਨਹੀਂ ਦੇ ਸਕਦਾ। ਨਿਰਾਸ਼ ਹੋ ਕੇ ਆ ਕੇ ਬੈਠ ਗਏ। ਭਾਗਣੇ ਨੇ ਪੁੱਛਿਆ, ਘਰ ਵਾਲੀ ਨੇ ਪੁੱਛਿਆ ਵੀ ਕੀ ਗੱਲ ਹੋ ਗਈ, ਕਿਵੇਂ ਬੁੱਸੇ ਬੁੱਸੇ ਜੇ ਬੈਠੇ ਹੋ, ਮਨ ਉਦਾਸ ਹੈ। ਕਹਿੰਦਾ ਭਾਗਵਾਨ ਨੇ ਕੱਲ ਗੁਰੂ ਜੀ ਆਣਗੇ, ਟਾਈਮ ਆਪਾਂ ਲੈ ਲਿਆ, ਵੀ ਕੀ ਕਰਾਂਗੇ। ਲੋਕਾਂ ਨੇ ਮਿਹਣੇ ਮਾਰਨੇ ਵੀ ਜੇ ਘਰ 'ਚ ਕੱਖ ਨਹੀਂ ਸੀ ਕੀ ਲੋੜ ਸੀ ਗੁਰੂ ਨੂੰ ਬੁਲਾਉਣ ਦੀ।
ਫਿਰ ਕੀ ਕੀਤਾ, ਉਹ ਬੀਬੀ ਅੰਦਰ ਕੋਠੜੀ 'ਚ ਚਲੀ ਗਈ। ਕੇਸ ਬਹੁਤ ਲੰਬੇ ਸੀ ਬੀਬੀ ਦੇ। ਕੋਠੜੀ 'ਚ ਜਾ ਕੇ ਉਹਨੇ ਕੱਲਾ ਕੱਲਾ ਕੇਸ ਪੱਟਣਾ ਸ਼ੁਰੂ ਕਰਤਾ ਸਿਰ ਦਾ, ਜੜਾਂ ਤੋਂ ਕੱਲਾ ਕੱਲਾ ਕੇਸ। ਲਹੂ ਲੁਹਾਨ ਹੋ ਗਿਆ ਸਾਰਾ ਸਿਰ, ਕੱਪੜਾ ਬੰਨ ਲਿਆ ਸਿਰ ਤੇ, ਸਾਰੇ ਕੇਸ ਪੱਟ ਕੇ ਉਹਨਾਂ ਦੀ ਇੱਕ ਮਾਲਾ ਬਣਾਤੀ। 108 ਮਣਕਿਆਂ ਦੀ ਠੋਤਰੀ ਦੀ ਮਾਲਾ ਬਣਾਤੀ ਕੇਸਾਂ ਦੀ। ਇੰਨਾ ਉਹਦੇ ਹੱਥਾਂ 'ਚ ਹੁਨਰ ਸੀ, ਜਿਹੜਾ ਵੀ ਮਾਲਾ ਵੱਲ ਵੇਖਦਾ ਸੀ ਦੇਖਦਾ ਹੀ ਰਹਿ ਜਾਂਦਾ ਸੀ। ਤਾਂ ਗੁਰਮੁਖ ਪਿਆਰੇ ਜਦੋਂ ਮਾਲਾ ਬਣਾਈ, ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਐ ਕਰ, ਇਹਨੂੰ ਬਾਜ਼ਾਰ 'ਚ ਵੇਚਿਆ, ਜਿੰਨੇ ਦੀ ਵਿਕੇਗੀ ਨਾ ਉਹਨੇ ਦਾ ਰਸਣ ਲਿਆਈ ਜਾ ਕੇ। ਦੇਖੋ ਸਿੱਖੀ ਕਮਾਉਣ ਵਾਸਤੇ ਕੀ ਕੀ ਕਰਨਾ ਪੈਂਦਾ ਹੈ। ਤਾਂ ਹੋਇਆ ਕੀ, ਉਹ ਗਿਆ ਬਾਜ਼ਾਰ 'ਚ, ਅੱਖਾਂ 'ਚੋਂ ਪਾਣੀ। ਭਾਗਵਾਨ ਨੇ ਪਹਿਲਾਂ ਤੇਰਾ ਮੈਂ ਇਲਾਜ, ਕਹਿੰਦੀ ਕੋਈ ਨਹੀਂ ਮੈਂ ਮਰਨ ਲੱਗੀ, ਕੁਛ ਨਹੀਂ ਹੁੰਦਾ। ਜੇ ਇਹ ਸਰੀਰੀ ਗੁਰੂ ਸਾਹਿਬ ਜੀ ਦੀ ਸੇਵਾ ਤੇ ਕੰਮ ਆਇਆ, ਕੀ ਰੱਖਣਾ ਇਸ ਤਨ ਨੂੰ ਰੱਖ ਕੇ ਕੀ ਕਰਨਾ। ਤਾਂ ਹੋਇਆ ਕੀ, ਹੁਣ ਆਪਣੀ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਮਹਾਰਾਜ ਬਿਰਧ ਆਪੇ ਹੀ ਰੱਖਦਾ, ਲਾਜ ਸੱਚੇ ਪਾਤਸ਼ਾਹ। ਤਾਂ ਜਦੋਂ ਬਾਜ਼ਾਰ 'ਚ ਮਾਲਾ ਵੇਚਦਾ ਫਿਰਦਾ ਹੈ, ਵੇਚਦੇ ਵੇਚਦੇ ਇੱਧਰ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਧੰਨ ਗੁਰੂ ਨਾਨਕ ਮਹਾਰਾਜ ਜੀ ਰੂਪ ਕੋਈ ਹੋਰ ਧਾਰ ਕੇ ਉਹਨਾਂ ਕੋਲ ਚਲੇ ਗਏ। ਜਾ ਕੇ ਕਹਿਣ ਲੱਗਿਆ, ਮਾਲਾ ਬੜੀ ਸੋਹਣੀ ਹੈ, ਕਿੱਥੋਂ ਲਿਆਇਆ? ਕਹਿੰਦਾ ਜੀ ਮੇਰੇ ਘਰ ਗੁਰੂ ਨਾਨਕ ਨੇ ਲੰਗਰ ਛਕਣਾ ਸੱਚੇ ਪਾਤਸ਼ਾਹ ਨੇ, ਤੇ ਸੰਗਤਾਂ ਨੇ ਆਣਾ, ਮੈਨੂੰ ਮਾਇਆ ਨਹੀਂ ਚਾਹੀਦੀ, ਮੈਨੂੰ ਇੰਨੀ ਲਿਸਟ ਦਵਾ ਦਿਓ, ਬਸ ਆਹ ਮਾਲਾ ਲੈ ਲਓ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਲਾ ਲੈ ਲਈ। ਸੇਠ ਨੂੰ ਕਿਹਾ ਵੀ ਆ ਦੇ ਦੇ ਭਾਈ, ਜਿੰਨੀ ਮਾਇਆ ਹੋਏਗੀ ਅਸੀਂ ਦੇ ਦਾਂਗੇ। ਹੁਣ ਧਿਆਨ ਨਾਲ ਸੁਣਿਓ, ਤਸਵੀਰਾਂ ਤੁਸੀਂ ਵੇਖਦੇ ਹੋ ਗੁਰੂ ਨਾਨਕ ਮਹਾਰਾਜ ਦੀਆਂ ਬਣੀਆਂ, ਇਹ ਕਲਪਨਾ ਸਾਡੀ ਹੱਥਾਂ ਦੀ ਕਲਪਨਾ। ਇਤਿਹਾਸ ਦੇ ਮੁਤਾਬਕ ਹੀ ਤਸਵੀਰ ਬਣਾਈ ਜਾਂਦੀ ਹੈ, ਪਰ ਅਸੀਂ ਤਸਵੀਰਾਂ ਦੇ ਹੱਕ 'ਚ ਨਹੀਂ, ਤਾਂ ਪਰ ਸਤਿਕਾਰ ਅਸੀਂ ਕਰਦੇ ਹਾਂ ਵੀ ਸਰੂਪ ਉਹਨਾਂ ਦੇ ਇਹੋ ਜਿਹਾ ਹੋਣਾ। ਤਾਂ ਜਦੋਂ ਉਹ ਰਸਤ ਲੈ ਕੇ ਚਲਿਆ ਗਿਆ, ਮਹਾਰਾਜ ਨੇ ਮਾਲਾ ਕੋਈ ਕਿੱਲੀ ਤੇ ਨਹੀਂ ਟੰਗਤੀ, ਮਾਲਾ ਕਿਤੇ ਲੁਕੋ ਕੇ ਨਹੀਂ ਰੱਖਤੀ। ਧੰਨ ਗੁਰੂ ਨਾਨਕ ਮਹਾਰਾਜ ਨੇ ਉਹੀ ਮਾਲਾ ਆਪਣੀ ਦਸਤਾਰ ਤੇ ਸਜਾ ਲਈ। ਸਤਿ ਸ਼੍ਰੀ ਅਕਾਲ। ਮਹਾਰਾਜ ਨੇ ਆਪਣੀ ਦਸਤਾਰ ਤੇ ਸਜਾ ਲਈ। ਤੁਸੀਂ ਸਰੂਪ ਦੇਖਿਓ ਮਹਾਰਾਜ ਦੇ ਬਣੇ ਹੋਏ, ਇੱਥੇ ਮਾਲਾ ਪਾਈ ਹੋਵੇਗੀ ਮਹਾਰਾਜ ਦੀ ਦਸਤਾਰ ਤੇ, ਕਾਲੇ ਰੰਗ ਦਾ ਇੱਥੇ ਜ਼ਰੂਰ ਮਾਲਾ ਹੋਵੇਗੀ ਜਦੋਂ ਵੀ ਦੇਖਿਓ ਤੁਸੀਂ। ਉਹ ਬੀਬੀ ਦੇ ਕੇਸਾਂ ਦੀ ਮਾਲਾ ਸੀ ਉਹ, ਜਿਹੜੀ ਮਹਾਰਾਜ ਨੇ ਕਿੱਥੇ ਰੱਖ ਲਈ? ਆਪਣੀ ਦਸਤਾਰ ਤੇ। ਕਿੱਡੀ ਉੱਚੀ ਜਗ੍ਹਾ ਤੇ ਰੱਖਿਆ ਉਸ ਮਾਲਾ ਨੂੰ। ਤੇ ਫਿਰ ਇੱਧਰ ਸਤਿਗੁਰੂ ਦੇ ਆਉਣ ਦਾ ਸਮਾਂ ਹੋਇਆ। ਉਹ ਬੀਬੀ ਉਸੇ ਤਰ੍ਹਾਂ ਸਵੇਰੇ ਉੱਠੀ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਦਾਲਾਂ ਧਰ ਦਿੱਤਾ, ਤੇ ਗੁਰਮੁਖ ਪਿਆਰਿਓ ਆਪ ਲੱਗੀ ਆਟਾ ਗੁੰਨਣ। ਹੁਣ ਬੱਚਾ ਸੀ 1.5 ਸਾਲ ਦਾ, ਇੱਥੇ ਹੀ ਗੱਲ ਨਹੀਂ ਨਿਬੜ ਗਈ। ਕਸਵੱਟੀ ਜਿਹੜੀ ਹੁਣ ਮਹਾਰਾਜ ਨੇ ਲਾਈ ਆ ਨਾ, ਉਹ ਤਾਂ ਕੋਈ ਵਿਰਲਾ ਹੀ ਝੱਲ ਸਕਦਾ, ਹਰ ਕੋਈ ਨਹੀਂ। ਜਿਹੜੀ ਹੁਣ ਕਸਵੱਟੀ ਲਾਈ ਆ ਸੱਚੇ ਪਾਤਸ਼ਾਹ ਜੀ ਨੇ, ਰਾਮ ਕਸੌਟੀ ਜੋ ਸਹਿ ਜੋ ਮਰ ਜੀਵਾ ਹੋਏ, ਉਹੀ ਸਹਿ ਸਕਦਾ ਹੈ ਜਿਹਦੀ ਭਾਵਨਾ ਪਰਮੇਸ਼ਰ ਨਾਲ ਜੁੜੀ ਹੋਵੇ। ਸਾਡੇ ਘਰਾਂ 'ਚ ਮੜੀ ਜੀ ਬਿਪਤਾ ਬਣਦੀ ਹੈ, ਚੌਥੇ ਦਿਨ ਨਵਾਂ ਬਾਬਾ ਲੱਭ ਲੈਂਦੇ ਆ ਅਸੀਂ, ਕਰੋ ਕਿਰਪਾ, ਕੋਈ ਸਹਿਣ ਸ਼ਕਤੀ ਖਤਮ ਹੈ, ਅੰਦਰ ਪਾਵਰ ਨਹੀਂ ਹੈ। ਤਾਂ ਗੁਰਮੁਖ ਪਿਆਰੇ ਹੋਇਆ ਕਿ ਸੱਚੇ ਪਾਤਸ਼ਾਹ ਜੀ ਦੇ ਆਉਣ ਦਾ ਵੇਲਾ ਹੋਇਆ। ਉਸ ਤੋਂ 2-3-4 ਘੰਟੇ ਪਹਿਲਾਂ ਬੀਬੀ ਅੰਮ੍ਰਿਤ ਵੇਲੇ ਉੱਠੀ, ਪ੍ਰਸ਼ਾਦਾ ਪਾਣੀ ਲੱਗੀ ਤਿਆਰ ਕਰਨ। ਮੈਂ ਕਹਿ ਰਿਹਾ ਸੀ ਬੱਚੇ ਨਾਲ ਉੱਠ ਜਾਂਦੇ ਨੇ ਕਈ ਬੀਬੀਆਂ ਦੇ ਅੰਮ੍ਰਿਤ ਵੇਲੇ ਨਾਲ ਸੱਜ ਰਹੀ। ਤਾਂ ਉਹ ਬੱਚਾ 1.5 ਸਾਲ ਦਾ ਨਾਲ ਹੀ ਉੱਠ ਗਿਆ ਉਹਨਾਂ ਦੇ। ਜਦੋਂ ਨਾਲ ਉੱਠਿਆ ਤਾਂ ਬੀਬੀ ਨੇ ਖਿਡੌਣਾ ਦਿੱਤਾ ਖੇਲਣ ਵਾਸਤੇ। ਚੁੱਲ੍ਹੇ 'ਚ ਅੱਗ ਬਾਲ ਕੇ ਦੇਗਾ ਦਾਲ ਦਾ ਧਰ ਕੇ ਆਪ ਆਟਾ ਲੱਗੀ ਗੁੰਨਣ। ਆਟਾ ਗੁੰਨਦੇ ਨਲੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜਪ ਰਹੀ ਹੈ। ਬੱਚਾ ਖੇਡਦਾ ਅੱਗ ਕੋਲ ਚਲਿਆ ਗਿਆ। ਹੁਣ ਉਹਨੂੰ ਕੀ ਪਤਾ ਵੀ ਮੈਨੂੰ ਫੂਕ ਦੇਗੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨੂੰ ਕੀ ਪਤਾ, ਤਾਂ ਬੱਚਾ, ਉਹ ਤਾਂ ਬਚਿਆ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਤਾਂ ਹੀ ਬੱਚਾ ਕਹਿੰਦੇ ਉਹਨੂੰ, ਬਚਿਆ ਹੋਇਆ ਤਾਂ। ਉਹਨੂੰ ਕਿਸੇ ਚੀਜ਼ ਦਾ ਗਿਆਨ ਨਹੀਂ। ਉਹਨੂੰ ਮਾਂ ਦੇ ਵਿੱਚੋਂ ਰੱਬ ਦਿਸ ਰਿਹਾ ਵੈਸੇ, ਹੋਰ ਕੁਛ ਨਹੀਂ ਦਿਸਦਾ ਉਹਨੂੰ ਹੋਰ।
ਮਾਂ 'ਚੋਂ ਪਰਮੇਸ਼ਰ ਦਿਸਦਾ ਬੱਚੇ ਨੂੰ। ਸਭ ਤੋਂ ਪਹਿਲਾਂ ਰੱਬ ਨਹੀਂ ਕਹਿਣ ਲੱਗ ਜਾਂਦਾ ਬੱਚਾ, ਮਾਂ ਹੀ ਕਹਿੰਦਾ ਸਭ ਤੋਂ ਪਹਿਲਾਂ। ਕਿਉਂ? ਉਹਨੂੰ ਮਾਂ 'ਚੋਂ ਆਪਣਾ ਉਹ ਪ੍ਰਮਾਤਮਾ ਚੇਤੇ ਆ ਰਿਹਾ ਹੈ। ਕੌਣ? ਜਿਹੜਾ ਉਹਨੇ 9 ਮਹੀਨੇ ਉਹਦੀ ਰੱਖਿਆ ਕੀਤੀ, ਜਿੱਥੇ ਉਹਨੇ ਜਿਹਦਾ ਉਹ ਸਿਮਰਨ ਕਰਦਾ ਰਿਹਾ, ਜਿਹਦੀ ਉਹ ਬੰਦਗੀ ਕਰਦਾ ਰਿਹਾ, ਉਹੀ ਚੇਤੇ ਆ ਰਿਹਾ ਉੱਥੇ ਬੈਠੇ ਬੈਠੇ। ਤਾਂ ਉਹ ਬੱਚਾ ਖੇਡਦਾ ਖੇਡਦਾ ਅੱਗ ਕੋਲ ਚਲਿਆ ਗਿਆ। ਜਦੋਂ ਅੱਗ ਕੋਲ ਗਿਆ, ਅੱਗ ਕੋਲ ਜਾ ਕੇ ਉਹਨੂੰ ਐਸੀ ਮੇਰਾ ਤਾਂ ਖਿਲਾਉਣਾ ਪਿਆ, ਮੈਂ ਚੱਕ ਲਾਂਗਾ, ਪਰ ਅੱਗ ਦੀ ਤੇਜ਼ ਇੰਨੀ ਸੀ ਲਟਾਲਾਟ, ਬੱਚੇ ਨੂੰ ਆਲੂ ਵਾਂਗ ਝੁਲਸਦਿਆ ਅੱਗ ਨੇ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਬੱਚਾ ਉੱਥੇ ਹੀ ਪ੍ਰਾਣ ਛੱਡ ਗਿਆ। ਜਦੋਂ ਬੀਬੀ ਨੇ ਵੇਖਿਆ ਬੱਚਾ ਐਨੇ ਨੂੰ ਜਦੋਂ ਗਈ, ਐਨੇ ਨੂੰ ਤਾਂ ਕੰਮ ਹੋ ਗਿਆ। ਬੀਬੀ ਨੇ ਕੀ ਕੀਤਾ, ਕੱਪੜੇ 'ਚ ਲਪੇਟ ਕੇ ਪਿੱਛੇ ਕੋਠੜੀ 'ਚ ਰੱਖਿਆ। ਚੀਕਾਂ ਨਹੀਂ ਮਾਰੀਆਂ ਉਹਨੇ। ਕਹਿੰਦੀ ਗਵਾਂਢੀਆਂ ਨੂੰ ਪਤਾ ਨਾ ਲੱਗ ਜੇ ਵੀ ਮੇਰਾ ਪੁੱਤ ਚੜ੍ਹਾਈ ਕਰ ਗਿਆ, ਇਹਨਾਂ ਨੇ ਕਹਿਣਾ ਵੀ ਇਹਨਾਂ ਦੇ ਘਰ ਤਾਂ ਮਰਗਤ ਹੋ ਗਈ, ਵੀ ਮਹਾਰਾਜ ਆਇਓ ਨਾ, ਵੀ ਅਸੀਂ ਕਿਤੇ ਸੇਵਾ ਤੋਂ ਵਾਂਝੇ ਨਾ ਰਹਿ ਜਾਈਏ। ਕੋਈ ਨਹੀਂ, ਬਾਅਦ 'ਚ ਵੇਖਾਂਗੇ ਜੋ ਬਣ ਗਿਆ। ਹੁਣ ਜੋ ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਜੋ ਹੋ ਗਿਆ ਠੀਕ ਹੈ। ਪਿੱਛੇ ਕੋਠੜੀ 'ਚ ਰੱਖਿਆ ਪੱਥਰ ਦਿਲ ਬਣਾ ਲਿਆ, ਪੱਥਰ, ਪਰ ਬਣਾਉਣਾ ਬੜਾ ਔਖਾ ਹੈ। ਆਖੋ ਸਤਨਾਮ। ਹਰ ਕੋਈ ਨਹੀਂ ਬਣਾ ਸਕਦਾ। ਪੁੱਤਰਾਂ ਦੀ ਗੱਲ ਚੱਲਦੀ ਹੈ, ਜਿਨ੍ਹਾਂ ਮਾਵਾਂ ਦੇ ਜਵਾਨ ਪੁੱਤ ਚਲੇ ਗਏ, ਅੱਖਾਂ 'ਚ ਹੰਝੂ ਆ ਜਾਂਦੇ ਨੇ, ਨਾਲ ਦੀ ਨਾਲ ਚੇਤੇ ਆ ਜਾਂਦਾ ਹੈ। ਤਾਂ ਗੁਰਮੁਖ ਪਿਆਰਿਓ, ਘਰ ਵਾਲਾ ਸਾਰਿਆਂ ਦੇ ਘਰੇ ਸੁਨੇਹੇ ਲਾ ਕੇ ਆਇਆ। ਜਿਵੇਂ ਭਾਈ ਆ ਸਾਰਿਆਂ ਦੇ ਘਰੇ ਸੁਨੇਹੇ ਲਾਏ ਵੀ ਸਾਡੇ ਘਰ ਮਹਾਰਾਜ ਨੇ ਆਉਣਾ ਅੱਜ, ਉਸ ਵੇਲੇ ਵੀ ਇਸੇ ਤਰ੍ਹਾਂ ਆਇਓ ਸਾਰੇ। ਜਦੋਂ ਸੁਨੇਹੇ ਲਾ ਕੇ ਵਾਪਸ ਆਇਆ, ਆਂਦੇ ਹੀ ਘਰ ਵਾਲੇ ਨੂੰ ਕਹਿੰਦੀ ਹੈ, ਮੈਂ ਇੱਕ ਗੱਲ ਕਰਨੀ ਹੈ ਜੀ ਤੁਹਾਡੇ ਨਾਲ ਜ਼ਰੂਰੀ। ਕਹਿੰਦਾ ਦੱਸ ਭਗਵਾਨ ਨੇ ਕੀ ਗੱਲ ਕਰਨੀ ਹੈ? ਕਹਿੰਦੀ ਪਹਿਲਾਂ ਐ ਦੱਸੋ ਵੀ ਪੱਥਰ ਬਣਾ ਲਓ ਆਪਣਾ ਦਿਲ। ਮੈਂ ਤਾਂ ਬਣਾ ਲਿਆ। ਕਹਿੰਦਾ ਗੱਲ ਤਾਂ ਦੱਸ ਕੀ ਹੋਈ ਹੈ? ਕਹਿੰਦੀ ਆਪਣਾ ਪੁੱਤ। ਕਹਿੰਦਾ ਕਿੱਥੇ ਆ ਉਹ? ਕਹਿੰਦੀ ਉਹ ਹੁਣ ਨਹੀਂ ਰਿਹਾ। ਸਾਰਾ ਦੱਸਿਆ ਵੀ ਇਸ ਤਰ੍ਹਾਂ ਕਰਕੇ ਬੇਖਿਆਲਾਤ ਹੋ ਗਿਆ, ਅੱਗ ਕੋਲ ਚਲਿਆ ਗਿਆ ਤੇ ਝੁਲਸਿਆ ਗਿਆ ਤੇ ਸਰੀਰ ਛੱਡ ਗਿਆ। ਕਿੱਥੇ ਰੱਖਿਆ? ਕਹਿੰਦਾ ਪਿੱਛੇ ਕੋਠੜੀ 'ਚ ਰੱਖ ਕੇ ਆਈਆਂ। ਕਹਿੰਦਾ ਹੌਲੀ ਬੋਲ, ਕੰਨਾਂ ਦੇ ਵੀ ਕੰਨ ਹੁੰਦੇ ਨੇ, ਕੋਈ ਸੁਣ ਨਾ ਲਵੇ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਦੋਵੇਂ ਜੀਆਂ ਦੀ ਸੋਚ ਇੱਕ ਹੈ, ਤਾਂ ਸਵਰਗ ਬਣਿਆ ਹੋਇਆ ਘਰ। ਬੀਬੀਓ, ਸਾਡੇ ਵੀ ਘਰ ਨੇ। ਮਾਂ ਕਿਤੇ ਜਾਂਦੀ ਹੈ, ਪੁੱਤ ਕਿਤੇ ਜਾਂਦਾ, ਪੁੱਤ ਕਿਤੇ ਜਾਂਦਾ, ਨੂੰਹ ਕਿਤੇ ਜਾਂਦੀ ਹੈ। ਸਾਡਾ ਤਾਂ ਰੱਬੇ 15-16 ਬਣਾਈ ਬੈਠੇ ਤੁਸੀਂ ਤਾਂ। ਫਿਰ ਕਹਿੰਦੇ ਹਮਾਰੇ ਘਰ ਵਿੱਚ ਸੁਖ ਸ਼ਾਂਤੀ ਨਹੀਂ ਹੈ। ਵੀ ਸੁਖ ਸ਼ਾਂਤੀ ਵਾਲਾ ਹੀਲਾ ਤਾਂ ਹੈ ਨਹੀਂ ਕਿਸੇ ਪਾਸਿਓਂ। ਘਰ 'ਚ 15 ਤਾਂ ਰੱਬ ਛੇੜੀ ਬੈਠੇ। ਰੱਬ ਤਾਂ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਆਪੇ ਹੀ ਪੜ੍ਹਦੇ ਹੋ ਰੋਜ਼, ਨਾਲੇ ਸਪੀਕਰਾਂ 'ਚ ਵੀ ਸੁਣਦੇ ਹੋ, ਪਰ ਮੰਨੇਗਾ ਕੌਣ? ਮੰਨੇਗਾ ਤਾਂ ਉਹ ਜਿਹੜਾ ਬਾਣੀ ਨਾਲ ਪਿਆਰ ਕਰਦਾ ਹੋਵੇ। ਰੱਬ ਇੱਕੋ ਹੀ ਹੈ। ਉਹਨੂੰ ਕਿਸੇ ਨੇ ਰਾਮ ਕਿਹਾ, ਕਿਸੇ ਨੇ ਰਹੀਮ ਕਿਹਾ, ਕਿਸੇ ਨੇ ਕਾਦਰ ਕਿਹਾ, ਕਿਸੇ ਨੇ ਕਰੀਮ ਕਿਹਾ। ਜਿਹੋ ਜਿਹੇ ਨਜ਼ਰੀਏ ਨਾਲ ਕਿਸੇ ਨੇ ਰੱਬ ਨੂੰ ਵੇਖ ਲਿਆ, ਉਹ ਜਿਹਾ ਉਹਦਾ ਨਾਂ ਰੱਖਤਾ। ਹੈ ਤਾਂ ਇੱਕ ਸੀ ਉਹ। ਇੱਕੇ ਪਲੇਟਫਾਰਮ ਆ, ਜਿੱਥੇ ਪਹੁੰਚਣਾ ਰਸਤੇ ਲੱਗ ਨੇ। ਉਹ ਘੁਮਾਣਾ ਹੀ ਆਣਾ, ਭਾਵੇਂ ਲੱਖੂ ਮਾਜਰੇ ਨੂੰ ਹੋ ਕੇ ਆ ਜਾਓ, ਭਾਵੇਂ ਨੇੜੂ ਨੂੰ ਹੋ ਕੇ ਆ ਜਾਓ, ਪਹੁੰਚੋਗੇ ਤਾਂ ਘੁਮਾਣਾ ਹੀ। ਇੱਧਰੋਂ ਜਰੌਰ ਨੂੰ ਹੋ ਕੇ ਆ ਜਾਓ, ਭਾਵੇਂ ਉਹ ਜਾਣਾ ਤਾਂ ਰੱਬ ਕੋਲ ਹੀ ਹੈ। ਭਾਵੇਂ ਜਿੱਧਰ ਮਰਜ਼ੀ ਨੂੰ, ਭਾਵੇਂ ਸੁਭਾਨ ਅੱਲਾ, ਕੋਈ ਰਾਮ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਕਾਦਰ ਕਹਿੰਦਾ। ਰਹੀਮ ਵੀ ਉਹ ਹੋਵੇ ਜਿਹੜਾ ਕਿਸੇ ਦੇ ਉੱਪਰ ਰਹਿਮ ਕਰਦਾ ਹੋਵੇ। ਹੁਣ ਤਾਂ ਜਣਾ ਖਾਣਾ ਹੀ ਬਥੇਰਾ ਆਪਣੇ ਮੂਹਰੇ, ਕੋਈ ਰਾਮ ਰਹੀਮ ਲਿਖਾਈ ਫਿਰਦਾ, ਕੋਈ ਕੁਛ ਲਿਖਾਈ ਫਿਰਦਾ। ਐ ਤਾਂ ਜੋ ਮਰਜ਼ੀ ਲਿਖਾਈ ਜਾਓ, ਵੀ ਸਾਰਾ ਰੱਬ ਦਾ। ਮੈਂ ਸਲਾਮ ਕਰਦਾ ਇਹੋ ਜਿਹੇ ਗੁਰਸਿੱਖਾਂ ਨੂੰ ਜਿਹੜੇ ਪੁੱਤ ਗੁਰੂ ਦੇ ਪਿਆਰ ਵਾਸਤੇ, ਗੁਰੂ ਦੇ ਸਤਿਕਾਰ ਵਾਸਤੇ, ਗੁਰੂ ਤੇ ਸੰਗਤ ਨੂੰ ਇੰਨਾ ਪਿਆਰ ਕਰਨ ਵਾਲੇ। ਆਪਣੇ ਘਰ 'ਚ ਲਾਸ਼ ਪਈ ਉਹ ਵੀ ਚੱਕ ਕੇ ਪਿੱਛੇ ਰੱਖਿਆ ਏ। ਬਈ ਬਾਅਦ 'ਚ ਕਰਾਂਗੇ ਜੋ ਕਰਾਂਗੇ, ਪਹਿਲਾਂ ਗੁਰੂ ਦੀ ਖੁਸ਼ੀ ਲੈ ਲਈਏ। ਇਹਨੂੰ ਕਹਿੰਦੇ ਨੇ ਗੁਰ ਮੁਖ, ਜਿਹੜਾ ਹਰ ਵੇਲੇ ਗੁਰੂ ਨੂੰ ਮੁੱਖ ਰੱਖਦਾ ਹੈ, ਉਹਨੂੰ ਗੁਰਮੁਖ ਕਿਹਾ। ਮਹਾਰਾਜ ਜੀ ਆ ਗਏ, ਅੱਖਾਂ ਤੇ ਚਿਹਰੇ ਤੇ ਇੱਕ ਸਕਿੰਟ ਦਾ ਵੀ ਉਹ ਨਹੀਂ ਬਣਾ ਕੇ ਰੱਖਿਆ ਜੋ ਘਰ 'ਚ ਬੀਤਿਆ ਹੋਇਆ ਸਮਾਂ। ਖੁਸ਼ੀ ਨਾਲ ਭੱਜੇ ਫਿਰਦੇ ਨੇ। ਆ ਕੇ ਉਸੇ ਤਰ੍ਹਾਂ ਹੀ ਫੁੱਲ ਚਰਨਾਂ 'ਚ ਮਹਾਰਾਜ ਦੇ ਰੱਖੇ, ਨਮਸਕਾਰ ਕੀਤੀ, ਚਰਨਾਂ 'ਚ ਬੈਠ ਗਿਆ। ਲੰਗਰ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਛਕੋ, ਠੰਡਾ ਹੋ ਰਿਹਾ ਜੀ। ਹੁਣ ਸੱਚੇ ਪਾਤਸ਼ਾਹ ਉੱਥੇ ਬੈਠ ਗਏ। ਕਹਿੰਦੇ ਭਾਈ ਛਕਦੇ ਆ ਲੰਗਰ। ਮਹਾਰਾਜ ਭੋਗ ਲਾਵੋ, ਸਾਰੀ ਸੰਗਤ ਨੇ ਛਕਣਾ। ਦੋਵੇਂ ਜੀ ਬੈਠ ਗਏ। ਬੀਬੀ ਨੇ ਵੀ 2-4 ਕੱਪੜੇ ਫਾਲਤੂ ਸਿਰ ਤੇ ਬੰਨੇ ਹੋਏ ਨੇ, ਵੀ ਪਤਾ ਨਾ ਲੱਗ ਜੇ ਸਿਰ ਦਾ ਵੀ। ਬੈਠ ਕੇ ਕੋਲ
ਮਹਾਰਾਜ ਕਹਿੰਦੇ ਜਿੱਦਣ ਤੁਸੀਂ ਪਹਿਲੇ ਦਿਨ ਆਏ ਸੀ ਨਾ, ਤੁਸੀਂ ਬਈ 3 ਆਏ ਸੀ, ਅੱਜ 2 ਹੀ ਬੈਠੇ ਹੋ। ਕਹਿੰਦੇ ਮਹਾਰਾਜ 3? ਕਹਿੰਦੇ ਬੱਚਾ ਕਿੱਥੇ ਆ ਤੁਹਾਡਾ? ਦੇਖੋ ਮੇਰੇ ਸਤਿਗੁਰੂ ਕੀ ਨਹੀਂ ਸੀ ਜਾਣਦੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਸਭ ਜਾਣਦੇ ਨੇ ਸੱਚੇ ਪਾਤਸ਼ਾਹ। ਸਾਡੇ ਬਾਰੇ ਵੀ ਜਾਣਦੇ ਨੇ, ਹਰ ਇੱਕ ਚੀਜ਼ ਜਾਣਦੇ ਨੇ ਮਹਾਰਾਜ ਸਾਡੇ ਵਾਸਤੇ। ਪਹਿਲਾਂ ਵੀ ਪੰਕਤੀ ਪੜ੍ਹੀ ਆ, ਦੁਬਾਰੇ ਫੇਰ ਪੜ੍ਹ ਲਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਭਲੇ ਦੀ ਵੀ ਤੇ ਬੁਰੇ ਦੀ ਸਭ ਜਾਣਦੇ ਨੇ ਸੱਚੇ ਪਾਤਸ਼ਾਹ। ਹੁਣ ਉੱਥੇ ਲੱਗੇ ਝੂਠ ਬੋਲਣ ਦੋਵੇਂ ਜੀ ਵੀ ਮਹਾਰਾਜ ਨੂੰ ਬਾਅਦ ਚ ਦੱਸਾਂਗੇ, ਪਹਿਲਾਂ ਲੰਗਰ ਛਕਾ ਦੇ। ਕੀ ਪਤਾ ਮਹਾਰਾਜ ਨਾ ਹੀ ਲੰਗਰ ਛਕਣ। ਕਹਿੰਦੇ ਸੱਚੇ ਪਾਤਸ਼ਾਹ ਬੱਚਾ ਤਾਂ ਜੀ ਗਵਾਂਢੀਆਂ ਦੇ ਘਰ ਆ, ਉੱਥੇ ਸੁੱਤਾ ਪਿਆ ਤੇ ਨਿਆਣੇ ਨਾਲ ਖੇਡਦਾ ਖੇਡਦਾ ਸੋ ਗਿਆ। ਮਹਾਰਾਜ ਕੋਈ ਨਹੀਂ, ਬੁਲਾ ਲੈਣੇ, ਤੁਸੀਂ ਲੰਗਰ ਛਕੋ। ਕਹਿੰਦੇ ਨਾ ਭਾਈ, ਉਹਨੂੰ ਲਿਆਓ, ਅੱਜ ਅਸੀਂ ਇਕੱਠਿਆਂ ਨੇ ਰੋਟੀ ਖਾਣੀ ਹੈ, ਬੈਠ ਕੇ ਲੰਗਰ ਛਕਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਇਕੱਠਿਆਂ ਨੇ ਛਕਣਾ ਬੈਠ ਕੇ, ਤੇ ਮੇਰੇ ਕੋਲ ਬਿਠਾਓ ਲਿਆ ਕੇ। ਫਿਰ ਕਹਿ ਦੇਣ ਮਹਾਰਾਜ ਭੇਜਦੇ ਆ ਕਿਸੇ ਨੂੰ, ਤੁਸੀਂ ਸ਼ੁਰੂ ਕਰੋ, ਭੇਜਦੇ ਆ। ਕਹਿੰਦੇ ਨਾ, ਲਿਆਓ। ਫਿਰ ਬੀਬੀ ਤੋਂ ਰਿਹਾ ਨਾ ਗਿਆ। ਕਹਿੰਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਸੁੱਤਾ ਤੇ ਪਿਆ, ਪਰ ਅੱਜ ਉਹ ਨੀਂਦ ਸੋ ਗਿਆ, ਅਸੀਂ ਨਹੀਂ ਠਾਲ ਸਕਦੇ। ਤੁਸੀਂ ਆਪੇ ਹੀ ਬੁਲਾ ਲਓ ਸੱਚੇ ਪਾਤਸ਼ਾਹ, ਅੱਜ ਸਾਡਾ ਨਹੀਂ ਬੁਲਾਇਆ ਬੋਲਦਾ। ਆਪੇ ਹੀ ਬੁਲਾ ਲਓ ਸੱਚੇ ਪਾਤਸ਼ਾਹ, ਸਾਡਾ ਨਹੀਂ ਬੁਲਾਇਆ ਬੋਲਦਾ। ਤੁਸੀਂ ਆਪੇ ਹੀ ਬੁਲਾ ਲਓ ਸੱਚੇ ਪਾਤਸ਼ਾਹ, ਮੇਰਾ ਨਹੀਂ ਬੁਲਾਇਆ ਬੋਲਦਾ। ਤੁਸੀਂ ਆਪੇ ਹੀ ਬੁਲਾ ਲਓ ਸੱਚੇ ਪਾਤਸ਼ਾਹ, ਸਾਡਾ ਨਹੀਂ ਬੁਲਾਇਆ ਬੋਲਦਾ। ਲੋ ਭੈਣੋ ਆਪੇ ਹੀ ਬੁਲਾ ਲਓ ਸੱਚੇ। ਹੁਣ ਦੋਵੇਂ ਜੀਆਂ ਭੁੱਬਾਂ ਮਾਰ ਕੇ ਰੋਣ ਲੱਗ ਪਏ ਦੋਵੇਂ। ਸੱਚੇ ਪਾਤਸ਼ਾਹ ਕਹਿੰਦੇ ਲੁਕੋ ਕੇ ਰਹੇ ਹੋ, ਮਹਾਰਾਜ ਤੁਹਾਡੀ ਸੇਵਾ ਕਰ ਲਈ, ਉਹ ਤੋਂ ਬਾਅਦ ਦੱਸਣਾ ਸੀ ਤੁਹਾਨੂੰ। ਕਹਿੰਦੇ ਲਿਆਓ ਫਿਰ ਜਾ ਕੇ ਅੰਦਰੋਂ। ਅਸੀਂ ਮਾਰ ਲਈ ਆਵਾਜ਼, ਜਾਓ ਲਿਆਓ। ਜਦੋਂ ਲੈ ਕੇ ਆਏ, ਆਹ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆ ਕੇ ਕਹਿੰਦੇ ਬਾਹਰ ਕੱਢੋ ਕੱਪੜੇ ਚੋਂ। ਜਦੋਂ ਕੱਪੜੇ ਤੋਂ ਬਾਹਰ ਕੱਢਿਆ, ਕਿੱਥੇ ਬੀਬੀ ਨੇ ਅੱਖੀ ਵੇਖਿਆ ਸੀ, ਅੱਖੀ ਵੀ ਮੇਰੇ ਪੁੱਤ 'ਚ ਕੁਛ ਰਿਹਾ ਨਹੀਂ। ਜਦੋਂ ਕੱਪੜੇ 'ਚੋਂ ਬਾਹਰ ਕੱਢਿਆ, ਉੱਠਣ ਸਾਰ ਬੱਚਾ ਖੇਡਣ ਲੱਗ ਪਿਆ। ਆਖੋ ਸਤਨਾਮ।
पातशाह जी ने आवाज मारी भी उठ पुत ते कह नहीं सक बंदियों करे खुदा नजर गुरु नानक दी जमा तो लए छड़ा नजर गुरु नानक दी अपना लए बना नजर गुरु नानक दी बाणी कहती है मृतक को पायो तन सासा बिशरत आन मिलाया। महाराज ने आप एक कसवटी लाई सी ये वेखा मेरे गुरु के प्यारे पूरे उतरनगे भी बिनु सेवा 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 कह रहे ने। महाराज ने गलवकड़ी च ले लिया दोवें जियां लै जिन्हों गुरु नानक ने गलवकड़ी च ले लिया ਉਹਦੇ वास्ते की रह गया पिछे। ਇਹੋ ਜਿਹੇ ਵੀ प्रेम करने वाले आए ने जिन्होंने घर च चरण पवाए। महाराज खुश हो के उस घर तो गए। बेअंत सच्चे पातशाह जी ने असीसां दित्तियां इस परिवार नूं। अज इतिहास विच नाम चमक रिहा उन्हां दा। लाहौर जाओ उत्थे भी नमस्कारा हुंदियां ने। सो इस तरह भी गुरु के प्यारिਆਂ ने अपने घरां 'ਚ चरण पवाए ने। पर मैं गल कहना भी गुरु पूरा सी तां ही इन्नियां खुशियां दे गया। जे कच्चे पिल्लियां दे लड़ लगे हुंदे कहंदे जिथे गया गुरु उत्थे फिर चेले डुबो दिंदा है अपना जिहो जिहा हुंदा है। सो इस करके ਉਹ ਕਹਿੰਦੇ ਜਿੱਥੇ ਗਈਆਂ ਬੇੜੀਆਂ ਉੱਥੇ ਗਏ ਮਲਾਹ ਖਤਮ ਹੋ ਜਾਂਦਾ ਕੰਮ। ਐਸੇ ਗੁਰੂ ਦੇ ਲੜ ਲੱਗੀਏ ਜਿਹੜਾ ਸਾਨੂੰ ਹਮੇਸ਼ਾ ਹੀ ਸੁੱਖ ਦੇਣ ਵਾਲਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਭਰੋਸਾ ਰੱਖਿਆ ਕਰੋ ਮਹਾਰਾਜ ਤੇ। ਉਹਦੇ ਘਰ 'ਚ ਦੇਰ ਹੈ ਅੰਧੇਰ ਨਹੀਂ ਹੈ। ਜੇ ਅੱਜ ਗਰੀਬੀ ਹੈ ਨਾ ਕੱਲ ਨੂੰ ਗੁਰੂ ਜੀ ਨੇ ਉੱਚਾ ਵੀ ਚੱਕ ਲੈਣਾ ਹੈ। ਉੱਚਾ ਵੀ ਚੱਕਦਾ ਹੈ ਪਰ ਉਹਦੇ ਉੱਪਰ ਭਰੋਸਾ ਰੱਖੋ ਹਮੇਸ਼ਾ। ਅਸੀਂ ਆਪਣੀ ਜ਼ਿੰਦਗੀ 'ਚ ਵੇਖੀਆਂ ਨੇ ਭਾਈ ਸਾਹਿਬ ਬੈਠੇ ਨੇ ਅਸੀਂ ਇਹਨਾਂ ਦੀ ਗੱਡੀ ਕਿਰਾਏ ਤੇ ਕਰਕੇ ਲੈ ਜਾਂਦੇ ਰਹੇ ਆ ਕਿਸੇ ਵੇਲੇ ਜਦੋਂ ਪੱਲੇ ਕੱਖ ਨਹੀਂ ਸੀ। ਪਤਾ ਇਹਨਾਂ ਨੂੰ ਸਾਰਾ ਕਿੱਥੇ ਕਿੱਥੇ ਜਾਂਦੇ ਰਹੇ ਆ ਡੇਲੀ ਦੂਜੇ ਦਿਨ ਚੌਥੇ ਦਿਨ ਮਹੀਨੇ ਬਾਅਦ। ਪਰ ਪ੍ਰੇਮ ਸੀ ਵੀ ਗੁਰੂ ਨਾਲ ਵੀ ਸੱਚੇ ਪਾਤਸ਼ਾਹ ਰਹਿਮਤ ਕਰਿਓ। ਤੇ ਅੱਜ ਉਹਨਾਂ ਨੇ ਕਿਸੇ ਚੀਜ਼ ਦੀ ਘਾਟ ਹੀ ਨਹੀਂ ਛੱਡੀ। ਪਰ ਥੋੜਾ ਜਿਹਾ ਸੰਤੋਖ ਸਬਰ ਰੱਖੋ। ਅਸੀਂ ਕਹਿੰਦੇ ਰੱਬ ਮੈਂ ਹੁਣੇ ਹੀ ਕਰਦੇ ਬਸ। ਹਾਏ ਮੈਂ 5 ਪਾਠ ਕਰ ਲਏ ਰੱਬ ਨੇ ਦਿਖਾਇਆ ਤਾਂ ਹੈ ਨਹੀਂ ਕੁਛ। ਹਾਏ ਮੈਂ ਅੱਜ ਝਾੜੂ ਵੀ ਲਾਇਆ ਲੈ ਰੱਬ ਨੇ ਦਿਖਾਇਆ ਤਾਂ ਹੈ ਨਹੀਂ ਕੁਛ। ਐਨੀ ਛੇਤੀ ਨਹੀਂ। ਆਹ ਦੇਖ ਲਓ ਇੰਨਾ ਕੁਛ ਕਰਕੇ ਇੰਨਾ ਕੁਛ ਨਿਸ਼ਾਵਰ ਕਰਕੇ ਪੁੱਤ ਵੀ ਨਿਸ਼ਾਵਰ ਕਰਨਾ ਪੈ ਗਿਆ ਫਿਰ ਰੱਬ ਦੀ ਖੁਸ਼ੀ ਮਿਲੀ ਹੈ। ਬਸ ਸਮਾਪਤੀ ਹੈ। ਲਾ ਲਾ ਕਸਵੱਟੀਆਂ ਪਰਖਦਾ ਏ ਰੱਬ ਪਰਖਦਾ ਭਗਤਾਂ। ਸਾਡੇ ਵੀ ਘਰਾਂ 'ਚ ਪਰਖ ਹੋ ਜਾਂਦੀ ਹੈ ਹਮੇਸ਼ਾ। ਕਾਇਮ ਰਿਹਾ ਕਰੋ ਡੋਲਿਆ ਨਾ ਕਰੋ ਕੋਈ ਗੱਲ ਨਹੀਂ। ਦੁੱਖ ਵੀ ਤੇਰਾ ਸੁੱਖ ਵੀ ਤੇਰਾ ਹੈ। ਸਰੀਰ ਵੀ ਤੂੰ ਦਿੱਤਾ ਸਵਾਸ ਵੀ ਤੂੰ ਦਿੱਤੇ ਨੇ। ਝੱਲਣ ਦੀ ਸਮਰੱਥਾ ਵੀ ਤੂੰ ਹੀ ਦੇਂਗਾ ਜਦੋਂ ਇਹ ਬਖਸ਼ਿਸ਼ ਹੋ ਜਾਣੀ ਹੈ। ਜਿੰਨੇ ਪਿਆਰ ਵਾਲੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਡਾ ਇੱਕ ਇੱਕ ਕਦਮ ਚੱਲਿਆ ਪਰਿਵਾਰ ਦੇ ਤੇ ਦਾਸ ਦੇ ਸਿਰ ਮੱਥੇ ਤੇ ਪੱਲੇ ਬੰਨ੍ਹ ਕੇ ਲਿਜਾਓ ਜੋ ਵੀ ਤੁਹਾਡੇ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ। ਤੇ ਵੱਧ ਤੋਂ ਵੱਧ ਮੈਂ ਇੱਕ ਬੇਨਤੀ ਮੈਸੇਜ ਕਰਦੇ ਹਾਂ ਇੱਥੋਂ ਹੀ ਜੋ ਆਪਣੇ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਹੈ ਸੈਂਟਰ ਸਰਕਾਰ ਵੱਲੋਂ। ਤੁਹਾਡੇ ਨੇੜੇ ਹੀ ਹੈ ਧਰੇੜੀ ਉੱਥੇ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਨੌਜਵਾਨ ਜਿਹੜੇ ਪਿੰਡਾਂ ਨੇ ਮੇਰੇ ਭਰਾ ਵੀਰ ਨੇ ਜ਼ਰੂਰ ਸਮਾਂ ਕੱਢ ਕੇ ਕਿਸਾਨ ਵੀਰੋ ਤੁਹਾਡੇ ਹੱਕਾਂ ਦੀਆਂ ਗੱਲਾਂ ਨੇ। ਤੁਹਾਡੇ ਵਾਸਤੇ ਹੀ ਸਭ ਕੁਝ ਹੋ ਰਿਹਾ ਜੋ ਹੋ ਰਿਹਾ ਹੈ। ਜ਼ਰੂਰ ਹਾਜ਼ਰੀਆਂ ਲਵਾਇਆ ਕਰੋ ਜ਼ਰੂਰੀ ਹੈ। ਤਾਂ ਕਰਕੇ ਇਕਜੁੱਟ ਹੋ ਕੇ ਇਸ ਸੰਘਰਸ਼ ਦਾ ਹਿੱਸਾ ਬਣੀਏ। ਸਤਿਗੁਰ ਕਿਰਪਾ ਕਰਨ ਜੋੜਨ ਵਰਗਾ ਗੁਰਮੁਖ ਪਿਆਰੇ ਹਮੇਸ਼ਾ ਹੀ ਆਪਣੇ ਅੰਦਰ ਹਾ ਭਾਵ ਪ੍ਰੇਮ ਰੱਖੀਏ। ਤੇ ਇਸ ਕਰਕੇ ਤੋੜਨ ਵਰਗਾ ਪਾਪ ਨਹੀਂ ਜੋੜਨ ਵਰਗਾ ਪੁੰਨ ਨਹੀਂ ਹੈ ਕੋਈ। ਜੁੜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ। ਸੋ ਸਤਿਗੁਰ ਕਿਰਪਾ ਕਰਨ ਇਸ ਪਰਿਵਾਰ ਨੂੰ ਇਸ ਮਕਾਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਪਰਿਵਾਰ ਨੂੰ ਕਹਾਂਗਾ ਵੀ ਅੰਮ੍ਰਿਤ ਵੇਲੇ ਉੱਠਿਆ ਕਰੋ ਇਸ਼ਨਾਨ ਕਰੋ ਜਪਜੀ ਸਾਹਿਬ ਆਂਦਾ ਜਪਜੀ ਸਾਹਿਬ ਪੜੋ ਨਹੀਂ ਮੂਲ ਮੰਤਰ ਪੜੋ ਨਹੀਂ ਗੁਰਮੰਤਰ ਦਾ ਜਾਪ ਕਰੋ। ਬੈਠ ਕੇ ਘੱਟ ਤੋਂ ਘੱਟ 1 ਘੰਟਾ ਜ਼ਰੂਰ ਲਾਇਆ ਕਰੋ ਸ਼ਾਮ ਸਵੇਰੇ ਰੋਜ਼। ਜੇ ਆਨੰਦ ਲੈਣਾ ਹੈ ਜੇ ਬਖਸ਼ਿਸ਼ਾਂ ਲੈਣੀਆਂ ਨੇ। ਅੱਜ ਗੁਰੂ ਸਾਹਿਬ ਇੱਥੇ ਬਖਸ਼ਿਸ਼ਾਂ ਕਰਕੇ ਜਾ ਰਹੇ ਨੇ। ਇਹ ਧਰਤੀ ਪੂਜਣ ਯੋਗ ਹੋ ਗਈ ਜਿੱਥੇ ਮਹਾਰਾਜ ਨੇ ਚਰਨ ਪਾ ਲਏ। ਉਹ ਜਿੱਥੇ ਮਹਾਰਾਜ ਨੇ ਘੰਟਾ ਦਾਤਣ ਕੀਤੀ ਉੱਥੇ ਦਾਤਣ ਸਾਹਿਬ ਬਣ ਗਿਆ। ਉਹ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਕੌੜੇ ਰਿੱਠੇ ਥੱਲੇ ਬੈਠ ਕੇ ਉੱਥੇ ਰਿੱਠੇ ਮਿੱਠੇ ਹੋ ਗਏ। ਤੇ ਸਾਡੇ ਹਿਰਦੇ ਕਿਉਂ ਨਹੀਂ ਗੁਰੂ ਮਿੱਠੇ ਕਰੇਗਾ ਫਿਰ। ਇਸ ਕਰਕੇ ਅੱਜ ਉਹਨਾਂ ਧਰਤੀਆਂ ਨੂੰ ਨਮਸਕਾਰਾਂ ਹੁੰਦੀਆਂ ਨੇ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਇਸ ਮੂਰਖ ਕੋਲੋਂ ਕੋਈ ਉੱਚਾ ਸ਼ਬਦ ਬੋਲਿਆ ਗਿਆ ਹੋਵੇ ਗੁਰੂ ਕੀ ਸੰਗਤ ਸਤਿਗੁਰੂ ਮਾਫ ਕਰਨ ਯੋਗ ਨੇ। ਮੈਂ ਤੁਹਾਡਾ ਬੱਚਾ ਤੁਸੀਂ ਮੈਨੂੰ ਸਨਮਾਨਿਆ ਤੁਸੀਂ ਸਤਿਕਾਰ ਦਿੱਤੇ ਨੇ। ਸਤਿਗੁਰ ਕਿਰਪਾ ਕਰਨ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੱਲੀ ਕੱਲੀ ਗੱਲ ਦੱਸਣ ਦਾ। ਇਹ ਸਾਡਾ ਫਰਜ਼ ਹੈ ਜਿਹੜਾ ਅਸੀਂ ਅਦਾ ਕਰ ਰਹੇ ਹਾਂ। ਉਹਦੇ ਘਰ ਦਾ ਖਾ ਰਹੇ ਹਾਂ ਜੇ ਉਹਦੀ ਗੱਲ ਨਾ ਦੱਸੀ ਫਿਰ ਦੱਸਾਂਗੇ ਕਿਹਦੀ।
ਪੜੋ ਸਾਰੇ ਆਨੰਦ ਸਾਹਿਬ। ਹੋਈਆਂ तमाम ਭੁੱਲਾਂ ਦੀ ਖਿਮਾ। 5 ਮਿੰਟ ਰਹਿ ਗਏ, 5 ਮਿੰਟ 'ਚ ਆਨੰਦ ਸਾਹਿਬ ਦੀ ਸਮਾਪਤੀ ਹੋ ਜਾਣੀ ਹੈ। ਜਿੰਨੇ ਆਏ ਹੋ ਸਾਰਿਆਂ ਦਾ ਧੰਨਵਾਦ, ਕੋਟਾਨ ਕੋਟਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਰਹਿਮਤ ਕਰਨ, ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸਾਨੂੰ ਖੁਸ਼ੀਆਂ ਆਨੰਦ ਖੇੜੇ ਬਖਸ਼ਦੇ ਰਹਿਣ ਸੱਚੇ ਪਾਤਸ਼ਾਹ। ਸਤਿਗੁਰ ਜੀ ਕਿਰਪਾ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ। ਰਾਗ ਰਤਨ ਪਰਿਵਾਰ ਬਣਿਆ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਾ ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੋ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਅੰਤ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਰਾਮ ਤੁਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ। ਸਭ ਕੁਝ ਹੈ ਜਿਸ ਸੋ ਪਾਵੇ। ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ। ਜੀ ਲਗੇ ਮਨ ਬਖਸ਼ਿਆ, ਰਾਜੇ ਰਮਤ ਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ।
ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਗਏ ਮਸਕਤ ਕਾਲ ਸੇ ਮਸਕਤ ਕਾਲ ਸੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਛੇਤੀ ਛੁੱਟੀ ਨਾਲ ਛੇਤੀ ਛੁੱਟੀ ਨਾਲ ਧੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਉਹ ਤੂੰ ਦਰਜਾਨ ਰਹਿਣ ਬਸ ਮਹਾਰਾਜ ਕੇ ਸੱਚ ਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ ਉਹ ਸੱਚ ਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ ਸੱਚ ਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ ਸੱਚ ਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ ਬੋਲੇ ਸੋਨੇ ਹਾਲ ਆ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ